ਵਾਹਿਗੁਰੂ ਜੀ। ਗੁਰੂ ਨਾਨਕ ਪਗ ਪੰਕਜ ਬੰਦਨ, ਪਗ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਹਿਰਦੈ ਨਿਤ ਧਿਆਵਉ, ਹਿਰਦੈ ਨਿਤ ਧਿਆਵਉ। ਸ੍ਰੀ ਗੁਰੂ ਰਾਮਦਾਸ ਗੁਣ ਗਾਵਉ। ਗੁਰੂ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ। ਹਰ ਗੋਬਿੰਦ ਸੋਭ ਮਤ ਪਰਕਾਸਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਨੁਖ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਣਨ ਪਰ ਧਾਰ। ਏਕ ਓੰਕਾਰਾ ਸਤਿਗੁਰੂ, ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਇ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਇ। ਵਾਹਿਗੁਰੂ ਸਾਹਿਬ ਜੀ। ਆਸ ਪ੍ਰਕਾਰ ਕਹਿ ਮੁਨੀ ਪਿਆਨਾ, ਤਜਿਓ ਰਾਜ ਨਿਜ ਸੋਚ ਰਜਾਨਾ। ਧਰੂਵ ਧਰੂ ਤਹਿ ਕਰਨ ਲੱਗਿਓ ਤਪ ਭਾਰੀ, ਤੀਸਰ ਦਿਨ ਫਲ ਖਾਏ ਆਹਾਰੀ। ਆਸ ਪ੍ਰਕਾਰ ਕਹਿ ਮੁਨੀ ਪਿਆਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ, ਪਤਿਤ ਪਾਵਨ ਭਗਤ ਵਚਲ, ਕਿਰਪਾ ਦੇ ਖਜ਼ਾਨੇ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਮਹਾਰਾਜ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਸਵਾਰੀ ਸਾਧ ਸੰਗਤ ਜੀਓ। ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਦਾ ਸਦਕਾ ਹੈ ਕਿ ਸਾਹਿਬ ਗੁਰੂ ਨਾਨਕ ਮਹਾਰਾਜ ਜੀ ਦਾ ਇਤਿਹਾਸ ਸ੍ਰੀ ਗੁਰੂ ਨਾਨਕ ਪ੍ਰਕਾਸ਼ ਲੜੀਵਾਰ ਗੁਰੂ ਦੀ ਬਖਸ਼ਿਸ਼ ਦੇ ਨਾਲ ਇਸ ਸੰਧਿਆ ਦੇ ਸਮੇਂ 'ਤੇ ਸੋ ਵਿਚਾਰਿਆ ਜਾਂਦਾ ਹੈ। ਸਾਹਿਬ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕੀਤੀ ਹੈ। ਭਗਤ ਧਰੂ ਜੀ ਦੇ ਮੰਡਲ ਵਿੱਚ ਪੁੱਜੇ ਨੇ। ਧਰੂ ਭਗਤ ਜੀ ਦੀ ਕਥਾ ਜੋ ਹੈ ਉਹ ਬਿਆਨ ਹੋ ਰਹੀ ਹੈ। ਇਸ ਤੋਂ ਪਹਿਲਾਂ ਪ੍ਰਹਲਾਦ ਭਗਤ ਦੀ ਕਥਾ ਦਾ ਬਿਆਨ ਹੋਇਆ ਹੈ। ਕਵੀ ਜੀ ਨੇ ਉਸ ਤੋਂ ਪਿੱਛੋਂ ਜਿਸ ਤਰ੍ਹਾਂ ਵਿਸ਼ਨੂੰ ਭਗਵਾਨ ਜੀ ਨੇ ਬਰਾਹ ਅਵਤਾਰ ਧਾਰਨ ਕੀਤਾ, ਉਹਦੇ ਬਾਰੇ ਜ਼ਿਕਰ ਕੀਤਾ ਵੀ ਇਹ ਪੁਰਾਣਕ ਕਥਾ ਜਿਸ ਤਰ੍ਹਾਂ ਹੈ ਉਹ ਤੁਹਾਨੂੰ ਦੱਸਦੇ ਹਾਂ। ਇਉਂ ਸਤਿਗੁਰੂ ਪਾਤਸ਼ਾਹ ਜੀ ਨੇ ਜਿਸ ਵੇਲੇ ਸਮੇਰ ਪਰਬਤ 'ਤੇ ਸਿੱਧ ਮੰਡਲੀ ਦੇ ਨਾਲ ਚਰਚਾ ਕਰਕੇ ਉਹਨਾਂ ਨੂੰ ਭਾਉ ਭਗਤੀ ਦਾ ਮਾਰਗ ਦ੍ਰਿੜਾਇਆ, ਔਰ ਇਹਨਾਂ ਵਿੱਚੋਂ ਬਹੁਤੇ ਨਾਥ ਜਿਹੜੇ ਸਨ, ਭਰਤਰੀ ਗੋਪੀ ਚੰਦ ਆਦਿਕ ਮੰਗਲਨਾਥ ਸਾਹਿਬ ਗੁਰੂ ਨਾਨਕ ਸਾਹਿਬ ਦੇ ਸ਼ਰਧਾਲੂ ਬਣੇ, ਭਗਤੀ ਮਾਰਗ ਵਿੱਚ ਦ੍ਰਿੜ ਹੋਏ। ਇੱਥੋਂ ਸਤਿਗੁਰੂ ਪਾਤਸ਼ਾਹ ਜੀ ਅੱਗੇ ਦੱਤਾਤਰੇਯ, ਕਾਗ ਭਸੁੰਡ ਔਰ ਇਸੇ ਤਰ੍ਹਾਂ ਪ੍ਰਹਲਾਦ ਭਗਤ ਅਤੇ ਹੁਣ ਧਰੂ ਭਗਤ ਜੀ ਦੀ ਕਥਾ ਜਿਹੜੀ ਹੈ, ਸੋ ਧਰੂ ਅਟਲ ਅਜਹੂ ਨਾ ਟਰਿਓ, ਜਿਸ ਤਰੀਕੇ ਦੇ ਨਾਲ ਜ਼ਿਕਰ ਹੈ ਗੁਰਬਾਣੀ ਦਾ, ਉਸ ਦਾ ਜ਼ਿਕਰ ਆਇਆ ਹੈ।
ਤੋ ਗਰੀਬ ਨਿਵਾਜ ਸ਼ਹਿਨशाह ਪਿਤਾ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਕਿ ਇਹ ਜਿਸ ਤਰ੍ਹਾਂ ਜਨਮ ਸਾਖੀ ਦੇ ਵਿੱਚ ਜ਼ਿਕਰ ਆਏ ਨੇ ਔਰ ਜਿਸ ਤਰ੍ਹਾਂ ਸਾਡੀ ਸਮਝ ਵਿੱਚ ਆ ਸਕਦੇ ਨੇ, ਉਸ ਤਰ੍ਹਾਂ ਦੇ ਨਾਲ ਇਹ ਉੱਪਰਲੇ ਮੰਡਲਾਂ ਦੀਆਂ ਕਥਾ ਦਾ ਵਰਣਨ ਕੀਤਾ ਹੈ। ਵੈਸੇ ਇਹ ਜਿਹੜੇ ਦੇਸ਼ ਨੇ ਇਸ ਪ੍ਰਕਾਰ ਆਦੇਸ਼ ਰੂਪ ਵਿੱਚ ਜਾਣੇ ਜਾਂਦੇ ਹਨ ਔਰ ਆਮ ਦੇਹਾਂ ਜਿਹੜੀਆਂ ਉੱਥੇ ਤੱਕ ਪੁੱਜ ਨਹੀਂ ਸਕਦੀਆਂ, ਸਰੀਰ ਨਹੀਂ ਉੱਥੇ ਜਾ ਸਕਦੇ। ਤੋ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕੀਤੀ ਹੈ। ਤੋ ਧਰੂ ਜੀ ਦੇ ਬਾਰੇ ਜ਼ਿਕਰ ਆਇਆ ਹੈ ਕਿ ਜਿਸ ਵੇਲੇ ਭਗਤ ਧਰੂ ਜੀ ਬਾਲ ਅਵਸਥਾ 5 ਸਾਲ ਦੀ ਉਮਰ ਵਿੱਚ ਖੇਲਦੇ ਹੋਏ ਪਿਤਾ ਜੀ ਗੋਦੀ ਵਿੱਚ ਆਣ ਕੇ ਬੈਠੇ ਨੇ, ਉਧਰੋਂ ਮਤੇਰ ਮਾਂ ਨੇ ਆਣ ਕਰਕੇ ਬਾਹੋਂ ਖਿੱਚ ਕਰਕੇ ਨਰਾਦਰ ਦੇ ਬਚਨ ਕਹਿ ਕਰਕੇ ਧੱਕੇ ਮਾਰ ਕੇ ਪਰੇ ਕਰ ਦਿੱਤਾ। ਕਹਿੰਦੇ ਜੇਕਰ ਤੂੰ ਇੱਥੇ ਬਹਿਣ ਦਾ ਹੱਕ ਲੈਣਾ ਹੈ ਤੇ ਜਾ ਕੇ ਕਿਤੇ ਤਪੱਸਿਆ ਕਰ ਤੇ ਮੇਰੀ ਕੁੱਖ ਤੋਂ ਜਨਮ ਲੈ, ਤਾਂ ਇੱਥੇ ਬੈਠਣ ਦਾ ਅਧਿਕਾਰੀ ਹੋਵੇਂਗਾ। ਕਿਉਂਕਿ ਇਹਨਾਂ ਦਾ ਪਿਤਾ ਜਿਹੜਾ ਉਤਾਨਪਾਦ ਸੀ, ਉਹ ਇਸ ਜੋ ਮਤੇਰ ਮਾਂ ਸੀ ਧਰੂ ਜੀ ਦੀ, ਇਸ ਪ੍ਰਕਾਰ ਉਸ ਦੇ ਵੱਸ ਹੋਇਆ ਸੀ, ਜ਼ਿਆਦਾ ਪ੍ਰਭਾਵਿਤ ਸੀ। ਤੋ ਆਪਣੀ ਮਾਤਾ ਨੂੰ ਜਾ ਕਰਕੇ ਜਿਸ ਵੇਲੇ ਪੁੱਛਿਆ ਕਿ ਮਾਤਾ ਜੀ ਵੀ ਕਾਰਨ ਕੀ ਹੈ, ਮਾਤਾ ਸਿਆਣੀ ਸੀ, ਉਸ ਨੇ ਕਿਹਾ ਪੁੱਤਰ ਗੱਲ ਇਹ ਹੈ ਪਰਮੇਸ਼ਵਰ ਦੀ ਭਗਤੀ ਕਰੀਏ। ਸੋ ਪੁੱਛਿਆ ਸੀ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵਨ ਮੀਤਾ। ਭਾਈ ਗੁਰਦਾਸ ਸਾਹਿਬ ਜੀ ਦੀ ਕਲਮ ਹੈ। ਦੁਸ਼ਮਣ ਮਿੱਤਰ ਹੋਏ ਰਾਜ ਕਿਵੇਂ ਮਿਲੂ। ਮਾਤਾ ਨੇ ਕਿਹਾ ਸੀ ਪਰਮੇਸ਼ਰ ਆਰਾਧਿਆ ਜਿਦੂ ਹੋਈਐ ਪਤਤ ਪੁਨੀਤਾ। ਇਉਂ ਜਿਸ ਵੇਲੇ ਮਾਤਾ ਜੀ ਦੀ ਪ੍ਰੇਰਨਾ ਦੇ ਨਾਲ ਇਹ ਜੰਗਲਾਂ ਨੂੰ ਸਿਮਰਨ ਕਰਨ ਵਾਸਤੇ ਭਜਨ ਕਰਨ ਤਪ ਕਰਨ ਚੱਲਿਆ, ਨਾਰਦ ਮੁਨੀ ਜੀ ਮਿਲੇ ਨੇ। ਨਾਰਦ ਮੁਨ ਉਪਦੇਸ਼ਿਆ, ਉਸ ਨੇ ਉਪਦੇਸ਼ ਕੀਤਾ ਹੈ। ਮਧੂਬਨ ਜਾ ਕਰਕੇ ਇਸ ਨੇ ਤਪ ਸ਼ੁਰੂ ਕੀਤਾ ਹੈ। ਜਿਸ ਵੇਲੇ ਨਾਰਦ ਮੁਨੀ ਨੇ ਪ੍ਰੇਰਨਾ ਕਰਕੇ ਸੋ ਇਸ ਧਰੂ ਜੀ ਨੂੰ ਭਗਤੀ 'ਚ ਲਾ ਦਿੱਤਾ। ਫਿਰ ਨਾਰਦ ਮੁਨੀ ਇਸ ਦੇ ਪਿਤਾ ਜੀ ਕੋਲ ਚਲਾ ਗਿਆ ਹੈ, ਉਹਨੂੰ ਜਾ ਕਰਕੇ ਪ੍ਰੇਰਨਾ ਕੀਤੀ ਆ ਵੀ ਕੀ ਗੱਲ ਉਦਾਸ ਹੈ। ਉਹਨੇ ਦੱਸਿਆ ਵੀ ਬਿਨਾਂ ਹੀ ਕਾਰਨ ਤੋਂ ਕੋਈ ਗੁਨਾਹ ਤੇ ਬੱਚੇ ਦਾ ਹੈ ਨਹੀਂ ਸੀ, ਬਾਲ ਅਵਸਥਾ ਜੰਗਲਾਂ ਨੂੰ ਤਪ ਕਰਨ ਚੱਲ ਗਿਆ ਹੈ, ਮੈਂ ਮੇਰ ਨਹੀਂ ਕੀਤੀ ਉਸ 'ਤੇ, ਇਸ ਵਾਸਤੇ ਕਿੱਦਾਂ ਬੱਚਾ ਜੰਗਲਾਂ 'ਚ ਤਪ ਕਰੂੰਗਾ, ਉੱਥੇ ਕੋਈ ਭਿਅੰਕਰ ਸ਼ੇਰ ਆਦਿਕ ਬਘੇਲੇ ਖਾ ਜਾਣਗੇ, ਦੁਖੀ ਹੋਵੇਗਾ। ਇਉਂ ਕਹਿੰਦੇ ਨੇ ਸਦਮਾ ਹੈ ਮਨ 'ਤੇ, ਨਿਰਾਸ਼ਾ ਸੀ। ਨਾਰਦ ਮੁਨੀ ਨੇ ਕਿਹਾ ਤੂੰ ਉਸ ਦਾ ਫਿਕਰ ਨਾ ਕਰ, ਇਸ ਵਾਸਤੇ ਉਹ ਭਗਤੀ ਕਾ ਤਪ ਕਰੇਗਾ, ਤਪੱਸਿਆ ਕਰਕੇ ਆਵੇਗਾ ਤਾਂ ਬਹੁਤ ਭਾਰੀਆਂ ਖੁਸ਼ੀਆਂ ਤੈਨੂੰ ਬਖਸ਼ੇਗਾ। ਇਉਂ ਰਾਜੇ ਨੇ ਖੁਸ਼ੀ ਦੀ ਖਬਰ ਸੁਣ ਕਰਕੇ ਮਨ 'ਚ ਪ੍ਰਸੰਨ ਹੋਇਆ ਹੈ। ਰਾਜ ਆਦਿਕ ਦੀਆਂ ਵਿਚਾਰਾਂ ਛੱਡ ਕਰਕੇ ਰਾਜਾ ਆਪਣੇ ਕਾਰਜਾਂ 'ਚ ਲੱਗ ਗਿਆ। ਇੱਥੋਂ ਤੱਕ ਪ੍ਰਸੰਗ ਦੀ ਲੜੀ ਜਿਹੜੀ ਹੈ ਉਸ ਨੂੰ ਅਸੀਂ ਸਰਵਣ ਕੀਤਾ ਹੈ। ਤਾਂ ਜਿੱਥੇ ਬਾਲ ਅਵਸਥਾ ਦੇ ਵਿੱਚ ਇਹ ਧਰੂ ਤੇ ਪ੍ਰਹਲਾਦ ਜੀ ਨੇ ਪਰਮੇਸ਼ਵਰ ਦੀ ਭਗਤੀ ਕਰਕੇ ਪਰਮ ਪਦ ਨੂੰ ਪ੍ਰਾਪਤ ਕੀਤਾ ਹੈ। ਸਾਹਿਬ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਿਬਜ਼ਾਦਿਆਂ ਨੇ ਸੋ ਵੀਰਤਾ ਦੇ ਸਹਿਤ ਇਸ ਪ੍ਰਕਾਰ ਸ਼ਹੀਦੀਆਂ ਪ੍ਰਾਪਤ ਕਰਕੇ ਅਮਰ ਪਦਵੀ ਨੂੰ ਪ੍ਰਾਪਤ ਕੀਤਾ ਹੈ। ਵੱਡੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਤੇ ਜੁਝਾਰ ਸਿੰਘ ਜੀ ਸੋ ਇਸ ਪ੍ਰਕਾਰ ਚਮਕੌਰ ਦੀ ਗੜੀ ਦੇ ਵਿੱਚ ਸੋ ਇਸ ਪ੍ਰਕਾਰ ਜਿਸਲੇ ਭਾਰੀ ਯੁੱਧ ਹੋਇਆ ਹੈ ਉਹਦੇ ਵਿੱਚ ਸੋ ਉਹਨਾਂ ਜੋ ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ। ਤੋ ਸਾਡੇ ਇਤਿਹਾਸ ਦੇ ਮੁਤਾਬਕ ਇਹ 8 ਪੋਹ ਦਾ ਦਿਨ ਸੀ। ਜਿਸ ਤਰ੍ਹਾਂ ਅੱਜ ਦੀ ਰਾਤ ਹੈ ਤੇ ਕੱਲ੍ਹ ਨੂੰ ਦਿਨ ਚੜ੍ਹਨਾ ਹੈ। ਬਹੁਤ ਭਾਰੀ ਪਹਾੜੀ ਰਾਜਿਆਂ ਦੀ ਫੌਜ, ਉਧਰੋਂ ਤਾਜ਼ਾ ਦਮ ਫੌਜ ਨਰੰਗੇ ਨੇ ਦਿੱਲੀ ਤੋਂ ਭੇਜ ਕਰਕੇ ਚਮਕੌਰ ਦੀ ਗੜੀ ਨੂੰ ਘੇਰਾ ਪਾਇਆ ਹੋਇਆ। ਸਤਿਗੁਰੂ ਸ਼ਹਿਨशाह ਪਿਤਾ ਮਹਾਰਾਜ ਨੇ ਬਖਸ਼ਿਸ਼ ਕੀਤੀ ਕਲਗੀਆਂ ਵਾਲੇ ਨੇ। ਇੱਕ ਕੱਚੀ ਗੜੀ, ਵੱਡਾ ਕਿਲਾ ਵੀ ਨਹੀਂ ਹੈ, ਉੱਥੇ ਹਜ਼ੂਰ ਪਾਤਸ਼ਾਹ ਸੋਭਨੀਕ ਹੋ ਕਰਕੇ ਔਰ 8 ਮਹੀਨਿਆਂ ਦੇ ਭੁੱਖਣ ਭਾਣੇ ਜਿਹੜੇ ਇਸ ਪ੍ਰਕਾਰ ਗੁਰੂ ਦੇ ਨਾਲ ਗੁਰੂ ਕੇ ਸਿੰਘ ਸਨ, ਸਾਹਿਬਜ਼ਾਦੇ 5 ਪਿਆਰੇ ਤੇ ਨਾਲ ਤੋਂ ਮਹਾਰਾਜ ਨੇ 40 ਦੀ ਗਿਣਤੀ ਦੱਸੀ ਹੈ। ਇਸ ਪ੍ਰਕਾਰ ਜਫਰਨਾਮੇ ਵਿੱਚ ਕਿ ਉਧਰ 10 ਲੱਖ ਤੇ ਕਹਿੰਦੇ ਮੇਰੇ ਕੋਲ ਸਿਰਫ 40 ਸਨ। ਇਹ ਮੁਕਾਬਲਾ ਹੋਇਆ ਹੈ। ਇਹਦੇ ਵਿੱਚ ਜਿਸ ਤਰੀਕੇ ਨਾਲ ਵੀਰਤਾ ਦੇ ਸਹਿਤ ਬਹਾਦਰੀਆਂ ਦੇ ਨਾਲ ਸ਼ਹੀਦੀਆਂ ਪਾ ਕਰਕੇ ਦੁਸ਼ਮਣ ਦੇ ਦੰਦ ਖੱਟੇ ਕੀਤੇ ਨੇ। ਕਲਗੀਧਰ ਸ਼ਹਿਨशाह ਪਿਤਾ ਤਾੜੀ ਮਾਰ ਕਰਕੇ ਇਸ ਗੜੀ ਦੇ ਵਿੱਚੋਂ ਇਹ ਦੁਸ਼ਮਣਾਂ ਦੇ ਘੇਰੇ ਵਿੱਚੋਂ ਨਿਕਲੇ ਹਨ। ਉਹ ਦਿਨ ਜਿਹੜਾ ਹੈ ਸਾਧ ਸੰਗ ਮਨਾਉਣ ਵਾਸਤੇ ਤੋ ਸਾਹਿਬ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਵੀ ਕੱਲ੍ਹ ਤੋਂ ਪ੍ਰਾਰੰਭ ਹਨ। ਸੋ ਸਵੇਰੇ ਗੁਰੂ ਦੀ ਕਿਰਪਾ ਨਾਲ ਭੋਗ ਪੈਣਗੇ
ਤੋ ਕਥਾ ਕੀਰਤਨ ਦੁਆਰਾ ਸੋ ਆਪਣੇ ਮਹਾਨ ਵਿਰਸੇ ਇਤਿਹਾਸ ਨੂੰ ਆਪਾਂ ਯਾਦ ਕਰਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਕਰਕੇ ਤੋ ਸਤਿਗੁਰੂ ਦੇ ਚਰਨਾਂ 'ਚ ਹਾਜ਼ਰੀਆਂ ਭਰ ਕੇ ਵਡਭਾਗੀ ਬਣਾਂਗੇ। ਸੋ ਜਿਸ ਤਰੀਕੇ ਦੇ ਨਾਲ ਧਰੂਪ ਭਗਤ ਜੀ ਨੇ ਭਗਤੀ ਕੀਤੀ ਹੈ ਉਸ ਦਾ ਜ਼ਿਕਰ ਆ ਰਿਹਾ ਹੈ, ਕਿਉਂਕਿ ਹਮੇਸ਼ਾ ਤਪੋਂ ਰਾਜ ਮਿਲਦਾ ਹੈ। ਤੋ ਉਸ ਤਪ ਸਾਧਨਾ ਦਾ ਜ਼ਿਕਰ ਕਵੀ ਜੀ ਕਰ ਰਹੇ ਨੇ। ਪਿਆਰ ਪੂਰਵਕ ਪ੍ਰਸੰਗ ਦੀ ਲੜੀ ਵਿੱਚ ਮਨ ਜੋੜਦੇ ਹੋਏ ਮੁਖ ਪਵਿੱਤਰ ਕਰੀਏ, ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ। ਅਸ ਪ੍ਰਕਾਰ ਕਹਿ ਮੁਨੀ ਪਿਆਨਾ। ਇਸ ਤਰ੍ਹਾਂ ਨਾਰਦ ਮੁਨੀ ਸੋ ਇਸ ਭਗਤ ਜੀ ਦੇ ਪਿਤਾ ਜੀ ਨੂੰ ਬਚਨ ਬਿਲਾਸ ਕਹਿ ਕਰਕੇ ਚਲੇ ਗਏ ਹਨ। ਤਜਿਓ ਰਾਜ ਨਿਜ ਸੋਚ ਰਜਾਨਾ। ਤੇ ਰਾਜੇ ਨੇ ਇਹ ਰਾਜ ਭਾਗ ਦੀ ਸੋਚ ਫਿਰ ਮਨ ਚੋਂ ਤਿਆਗ ਦਿੱਤੀ ਹੈ। ਧਰੂ ਤਹਿ ਕਰਨ ਲੱਗਿਓ ਤਪ ਭਾਰੀ। ਧਰੂ ਜੀ ਜਿਹੜੇ ਨੇ ਮਧੂਬਨ ਜੋ ਜਮਨਾ ਨਦੀ ਦੇ ਕਿਨਾਰੇ ਤੇ ਹੈ, ਉੱਥੇ ਉਹਨਾਂ ਨੇ ਭਗਤੀ ਕਰਨੀ ਸ਼ੁਰੂ ਕੀਤੀ ਹੈ। ਤੀਸਰ ਦਿਨ ਫਲ ਖਾਏ ਆਹਾਰੀ। ਤੋ ਇਸ ਨੇ ਭਗਤੀ ਕਰਦਿਆਂ ਸੋ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਹੈ ਇਸ ਪ੍ਰਕਾਰ ਆਪਣੇ ਭੋਜਨ ਤੇ ਕੰਟਰੋਲ ਕੀਤਾ ਹੈ। ਕਹਿੰਦੇ ਤੀਸਰੇ ਦਿਨ ਇਹ ਜੰਗਲ ਦੇ ਵਿੱਚੋਂ ਫਲ ਆਦਿਕ ਖਾ ਲੈਂਦਾ ਸੀ। ਪੂਜਤ ਜੋ ਇੱਕ ਮਾਸ ਬਿਤਾਇਓ। ਇਸ ਤਰ੍ਹਾਂ ਪਰਮੇਸ਼ਵਰ ਦੀ ਪੂਜਾ ਕਰਦਿਆਂ 1 ਮਹੀਨਾ ਗੁਜ਼ਾਰਿਆ ਹੈ। ਤੀਸਰੇ ਦਿਨ ਕੁਛ ਜੰਗਲ ਦੇ ਵਿੱਚੋਂ ਛਕ ਲੈਂਦਾ ਸੀ। ਦੂਸਰ ਮਾਸ ਤ੍ਰਣ ਕੋ ਖਾਇਓ। ਤੇ ਦੂਸਰੇ ਮਹੀਨੇ ਇਸ ਨੇ ਕਿਹਾ ਕਿ ਦਰਖਤਾਂ ਨਾਲੋਂ ਫਲ ਤੋੜਦੇ ਆ, ਇਹਨਾਂ ਨੂੰ ਵੀ ਦੁੱਖ ਲੱਗਦਾ ਹੋਏਗਾ। ਫਿਰ ਇਸ ਨੇ ਘਾਹ ਆਦਿਕ ਖਾਣਾ ਸ਼ੁਰੂ ਕਰ ਦਿੱਤਾ। ਸੁੱਕੇ ਪਰਨ ਤੀਸਰੇ ਮਾਸਾ। ਤੀਸਰੇ ਮਹੀਨੇ ਕਿਹਾ ਵੀ ਜਿਹੜੇ ਦਰਖਤ ਦੇ ਟੁੱਟੇ ਹੋਏ ਸੁੱਕੇ ਪੱਤੇ ਨੇ ਉਹ ਤੇ ਚਲੋ ਆਪਾਂ ਖਾ ਸਕਦੇ ਹਾਂ। ਫਿਰ ਉਹਨਾਂ ਦੇ ਨਾਲ ਗੁਜ਼ਾਰਾ ਕਰਨਾ ਸ਼ੁਰੂ ਕੀਤਾ। ਖਾਏ ਰਹਿ ਸਿਮਰੇ ਸੁਖ ਰਾਸਾ। ਤੋ ਸੁੱਖਾਂ ਦੇ ਖਜ਼ਾਨੇ ਪਰਮੇਸ਼ਵਰ ਦੇ ਸਿਮਰਨ ਵਿੱਚ ਜੁੜਿਆ ਰਹਿੰਦਾ ਇਸ ਤਰ੍ਹਾਂ ਦਾ ਆਹਾਰ ਕਰਕੇ। ਨਵ ਮੈਂ ਦਿਵਸ ਪਾਏ ਮੁਖ ਸੋਊ। ਤੋ ਉਹ ਵੀ ਕਹਿੰਦੇ 9ਵੇਂ ਦਿਨ ਸੁੱਕੇ ਪੱਤੇ ਖਾ ਲੈਣੇ, ਪਾਣੀ ਪੀ ਲੈਣਾ, ਇਸ ਤਰ੍ਹਾਂ ਭਗਤੀ ਕੀਤੀ ਹੈ। ਨੀਰ ਪਰਨ ਸੁੱਕੇ ਹੈ ਜੋ। ਇਸ ਪ੍ਰਕਾਰ ਸੋ ਜਿਹੜੇ ਸੁੱਕੇ ਹੋਏ ਸੋ ਪੱਤਰੇ ਆਦਿਕ ਹਨ, ਸੋ ਉਹਨਾਂ ਨੂੰ ਇਸ ਪ੍ਰਕਾਰ ਕਹਿੰਦੇ ਨੀਰ ਤੇ ਪਾਣੀ ਜਿਹੜਾ ਹੈ ਉਹ ਲੈਂਦਾ ਹੈ। ਚੌਥੋ ਮਾਸ ਬਹੁਰ ਜਬ ਆਇਓ। ਜਦੋਂ ਚੌਥਾ ਮਹੀਨਾ ਇਉਂ ਤਪੱਸਿਆ ਕਰਦਿਆਂ ਚੜ ਗਿਆ ਹੈ ਤਾਂ ਮਾਸ ਪਾਂਚਵੇਂ ਪੌਣ ਆਹਾਰੀ। ਉਹ ਕੀਤਾ ਚੌਥੇ ਮਹੀਨੇ ਇਸ ਤਰ੍ਹਾਂ ਸੁੱਕੇ ਪੱਤੇ। ਤੋ ਪੰਜਵੇਂ ਮਹੀਨੇ ਕਹਿੰਦੇ ਵੀ ਹੁਣ ਨਹੀਂ ਲੋੜ, ਪੌਣ ਆਹਾਰੀ ਹੋ ਗਏ। ਸੋ ਇਸ ਪ੍ਰਕਾਰ ਪੌਣ ਦਾ ਹੀ ਆਹਾਰ, ਸਵਾਸਾਂ ਦਾ ਹੀ ਆਹਾਰ ਕੀਤਾ, ਸਭ ਪਦਾਰਥ ਛੱਡ ਦਿੱਤੇ। ਜੀਤ ਸਵਾਸ ਲੀਨੇ ਇੱਕ ਵਾਰੀ। ਤੇ ਆਪਣੇ ਸਵਾਸਾਂ ਤੇ ਜਿੱਤ ਪ੍ਰਾਪਤ ਕੀਤੀ। ਸਵਾਸਾਂ ਦੀ ਜਿੱਤ ਜਿਹੜੀ ਇਹਦਾ ਮਕਸਦ ਹੈ, ਜਿਵੇਂ ਜਿਵੇਂ ਇਕਾਗਰ ਕਰਕੇ ਸੰਕੋਚ ਕੇ ਆਪਣੇ ਸੋ ਇੰਦਰੀਆਂ ਨੂੰ ਤੇ ਸਵਾਸਾਂ ਤੇ ਧਿਆਨ, ਕਿਉਂਕਿ ਦੱਸਿਆ ਹੈ ਕਿ ਜਿਹੜਾ ਸਿਮਰਨ ਕਰਨਾ ਹੈ ਇਸ ਪ੍ਰਕਾਰ ਇਹ ਸਵਾਸਾਂ ਨੂੰ ਘੋੜਾ ਬਣਾਉਣਾ ਹੈ। ਇਹਦੇ ਉੱਤੇ ਆਪਣੀ ਸੁਰਤ ਨੂੰ ਟਿਕਾ ਕਰਕੇ ਅਸੀਂ ਆਪਣੇ ਅੰਦਰ ਦੀ ਯਾਤਰਾ ਕਰਨੀ ਹੈ। ਇਸ ਤਰੀਕੇ ਦੇ ਨਾਲ ਜਿਵੇਂ ਜਿਵੇਂ ਸੋ ਸਿਮਰਨ ਦੇ ਵਿੱਚ ਮਨ ਜੁੜੇਗਾ, ਸਵਾਸ ਜਿਹੜੇ ਨੇ ਇਹ ਹੌਲੀ ਹੋ ਜਾਣਗੇ, ਸੂਖਮ ਹੁੰਦੇ ਜਾਂਦੇ ਨੇ। ਹੌਲੀ ਹੌਲੀ ਇਸ ਤਰ੍ਹਾਂ ਅਭਿਆਸ ਕਰਦਿਆਂ 10ਮ ਦੁਆਰ 'ਚ ਪ੍ਰਾਣ ਟਿਕ ਜਾਂਦੇ ਆ। ਤੋ ਕਹਿੰਦੇ ਇਉਂ ਇਸ ਨੇ ਸਾਧਨਾ ਕੀਤੀ, ਕਿਉਂਕਿ ਉਹਨਾਂ ਸਮਿਆਂ ਵਿੱਚ ਇਹੋ ਹੀ ਯੋਗ ਸਾਧਨਾ ਦਾ ਤਰੀਕਾ ਸੀ। ਏਕ ਚਰਨ ਪਰ ਹੋਵੇ ਕਰ ਠਾਡੋ। ਤਾਂ ਫਿਰ ਕਹਿੰਦੇ ਇੱਕ ਲੱਤ ਦੇ ਭਾਰ ਖੜਾ ਹੋ ਗਿਆ। ਭਇਓ ਬਿਟਪ ਨਿਆਈ ਅਤ ਗਾਡੋ। ਬੜਾ ਪੱਕਾ ਜਿਵੇਂ ਦਰਖਤ ਖੜਾ ਹੁੰਦਾ, ਇਸ ਤਰੀਕੇ ਦੇ ਨਾਲ ਹੀ ਸੋ ਟਿਕ ਕਰਕੇ ਇਸ ਨੇ ਸੋ ਸਰੀਰ ਦੀ ਸਾਧਨਾ ਕਰਕੇ ਸਿਮਰਨ ਵਿੱਚ ਮਨ ਜੋੜਿਆ। ਸਭ ਦਿਸਤੇ ਮਨ ਰੋਕਨ ਕੀਨੋ। ਤੇ ਆਪਣੇ ਮਨ ਨੂੰ ਸਾਰੇ ਪਾਸਿਆਂ ਤੋਂ ਰੋਕ ਲਿਆ। ਜਿਹੜਾ ਸਿਮਰਨ ਹੈ, ਤਪ ਕੀ ਹੈ, ਮਹਾਂਪੁਰਖ ਜ਼ਿਕਰ ਕਰਿਆ ਕਰਦੇ, ਤਪ ਨਾਮ ਚਿੱਤ ਕੀ ਇਕਾਗਰਤਾ ਕੋ ਜਾਣੀ ਹੈ। ਜਦੋਂ ਚਿੱਤ ਇਕਾਗਰ ਹੋ ਜਾਏ, ਕੋਈ ਫੁਰਨਾ ਫੁਰੇ ਨਾ, ਮਨ ਟਿਕ ਜਾਏ, ਇਹ ਤਪ ਹੈ। ਤੋ ਕਹਿੰਦੇ ਇਉਂ ਉਸਨੇ ਇਕਾਗਰਤਾ ਪ੍ਰਾਪਤ ਕੀਤੀ। ਸ੍ਰੀ ਕਰਤਾਰ ਚਰਨ ਮਹਿ ਦੀਨੋ। ਤੋ ਜੋ ਸ਼੍ਰੋਮਣੀ ਕਰਤਾਰ ਵਾਹਿਗੁਰੂ ਪਰਮੇਸ਼ਵਰ ਹੈ, ਉਹਦੇ ਵਿੱਚ ਆਪਣਾ ਮਨ ਜੋੜ ਲਿਆ ਹੈ। ਜੋ ਮਹਿ ਦਾਦਾਇਕ ਬਹੁਰ ਪ੍ਰਧਾਨਾ। ਜਿਹੜੇ ਮਹਿਦਾਦ ਵੱਡਿਆਂ ਤੋਂ ਵੱਡੇ ਪ੍ਰਧਾਨ ਮੁਖੀ ਜੋ ਹਨ। ਸਭ ਕੋ ਹੈ ਆਧਾਰ ਭਗਵਾਨਾ। ਤੋ ਸਭਨਾਂ ਦਾ ਆਸਰਾ ਭਾਵ ਸਭ ਵੱਡਿਆਂ ਤੋਂ ਵੱਡਾ ਤੇ ਪਰਮੇਸ਼ਰ ਹੀ ਹੈ ਨਾ।
ਰੱਬ ਦਾ ਹੀ ਆਸਰਾ ਹੈ ਸਭ ਨੂੰ। ਦੇਹ ਕੋ ਧਿਆਨ ਅਡੋਲ ਸੋ ਧਰ ਕੈ। ਤੋ ਕਹਿੰਦੇ ਇਉਂ ਚਿੱਤ ਇਕਾਗਰ ਕਰਕੇ ਅਡੋਲ ਉਸ ਪਰਮੇਸ਼ਰ ਦਾ ਧਿਆਨ ਕਰ ਲਿਆ ਹੈ। ਧਿਆਨ ਰੂਪ ਹੋਏ ਆਸਣ ਭਾਵ, ਇਉਂ ਕਹਿੰਦੇ ਧਿਆਨ ਰੂਪ ਹੋ ਗਿਆ ਉਸ ਪਰਮੇਸ਼ਵਰ ਦੇ ਸਰੂਪ ਵਿੱਚ ਧਿਆਨ ਜੋੜ ਕੇ। ਰਹਿਓ ਠਾਂਡ ਔਰ ਦ੍ਰਿੜਤਾ ਕਰਕੇ। ਤੋ ਇਸ ਪ੍ਰਕਾਰ ਖੜਾ ਰਿਹਾ, ਆਪਣਾ ਮਨ ਪੱਕਾ ਕਰਕੇ ਟਿਕਿਆ ਰਿਹਾ। ਰੋਕ ਸਵਾਸ ਜਬ ਕੀਏ ਆਸ ਕਰਨੀ। ਜਦੋਂ ਇਸ ਤਰ੍ਹਾਂ ਸਵਾਸਾਂ ਨੂੰ ਰੋਕ ਕੇ ਐਸੀ ਕਰਨੀ ਭਗਤੀ ਦੀ ਕਮਾਈ ਕੀਤੀ ਹੈ ਤਾਂ ਜਗਮਗ ਡੋਲ ਗਈ ਸਭ ਧਰਨੀ। ਤਾਂ ਉਸ ਤਪ ਦੇ ਸਦਕੇ ਸਭ ਧਰਤੀ ਡੋਲਣ ਲੱਗ ਪਈ। ਸਭ ਕੇ ਤੇਹ ਸਿਨ ਅਮਰ ਗਏ ਹਰ ਸਰਨਾ। ਤੋ ਜਿਸ ਵੇਲੇ ਇਹੋ ਜਿਹੀ ਹਾਲਤ ਦੇਖੀ ਤੇ ਜਿਤਨੇ ਇਹ ਦੇਵ ਸਨ ਇਹ ਇਕੱਠੇ ਹੋ ਕਰਕੇ ਪਰਮੇਸ਼ਵਰ ਭਗਵਾਨ ਦੇ ਚਰਨਾਂ ਵਿੱਚ ਗਏ ਹਨ। ਸਭ ਕੇ ਸਵਾਸ ਰੁਕੇ ਤਿਹ ਕਾਲਾ। ਕਹਿੰਦੇ ਸਾਰਿਆਂ ਦੇ ਹੀ ਸਵਾਸ ਰੁਕਣੇ ਸ਼ੁਰੂ ਹੋ ਗਏ ਹਨ। ਜਗ ਮੈਂ ਖਰ ਪਰ ਪਰਿਓ ਵਿਸਾਲਾ। ਸਾਰੇ ਸੰਸਾਰ ਵਿੱਚ ਖਰਬਰੀ ਮਚ ਗਈ ਹੈ, ਬੜਾ ਭਾਰੀ ਕਸ਼ਟ ਹੋਣਾ ਸ਼ੁਰੂ ਹੋ ਗਿਆ। ਤਿਹ ਸਿਨ ਅਮਰ ਗਏ ਹਰ ਸਰਨਾ। ਤੋ ਕਹਿੰਦੇ ਨੇ ਜਿਹੜੇ ਅਮਰ ਦੇਵਤੇ ਸਨ ਹਰੀ ਪਰਮੇਸ਼ਵਰ ਜੀ ਦੇ ਚਰਨਾਂ ਵਿੱਚ ਗਏ ਸ਼ਰਨ ਵਿੱਚ। ਇੱਕ ਮਨ ਹੋਵੇ ਬਹੁ ਵਿਦ ਜਸ ਬਰਨਾ। ਇਕਾਗਰ ਮਨ ਹੋ ਕੇ ਬੜਾ ਭਾਰੀ ਪਰਮੇਸ਼ਵਰ ਦਾ ਜਸ ਕੀਤਾ ਇਹਨਾਂ ਨੇ। ਇਹ ਈਸ਼ਵਰ ਕਿਉਂ ਰੁਕ ਗਏ ਸਵਾਸਾ। ਹੇ ਈਸ਼ਵਰ ਜੀ ਤੁਹਾਡੀ ਰਚੀ ਰਚਨਾ ਹੈ, ਇਹਨਾਂ ਦੇ ਜੀਵਾਂ ਦੇ ਸਵਾਸ ਜਿਹੜੇ ਨੇ ਕਿਉਂ ਰੁਕ ਰਹੇ ਨੇ, ਕਿਉਂ ਐਸਾ ਮਾਹਰ ਕਸ਼ਟ ਹੋ ਰਿਹਾ ਸਭ ਨੂੰ। ਦੁਖਿਓ ਜਗਤ ਦੀਜੇ ਸੁਖ ਰਾਸਾ। ਤੋ ਇਹ ਬੜਾ ਭਾਰੀ ਸੰਸਾਰ ਦੁਖੀ ਹੋ ਗਿਆ ਮਹਾਰਾਜ, ਸੁਖੀ ਕਰੋ, ਕਿਰਪਾ ਕਰੋ ਇਹਨਾਂ ਤੇ। ਸ੍ਰੀ ਭਗਵੰਤ ਕਹੀ ਤਬ ਬਾਨੀ। ਭਗਵਾਨ ਪਰਮੇਸ਼ਵਰ ਨੇ ਉਸ ਵੇਲੇ ਇਉਂ ਬਚਨ ਕੀਤੇ ਦੇਵਤਿਆਂ ਦੇ ਤਾਈਂ। ਮਤ ਭੈ ਕਰਹੁ ਹੋਏ ਦੁਖ ਹਾਨੀ। ਕਹਿੰਦੇ ਮਤਾਂ ਭੈ ਕਰੋ, ਡਰ ਮਤ ਕਰੋ, ਡਰੋ ਨਾ, ਤੁਹਾਡਾ ਸਭ ਡਰ ਦੂਰ ਹੋ ਜਾਏਗਾ। ਬਾਲ ਭਗਤ ਮਮ ਅਤ ਹਠ ਧਾਰੀ। ਕਿਉਂਕਿ ਇੱਕ ਮੇਰਾ ਬਾਲਕ ਭਗਤ ਹੈ, ਉਸ ਨੇ ਬਹੁਤ ਹੱਠ ਧਾਰ ਲਿਆ ਹੈ। ਕੀਨ ਦੁਰਾਸਦ ਤਪ ਜਿਹ ਭਾਰੀ। ਉਸ ਨੇ ਬਹੁਤ ਭਾਰੀ ਕਠਨ ਤਪ ਸਾਧਨਾ ਕੀਤੀ ਹੈ, ਇਹ ਇਸ ਕਰਕੇ ਉਸ ਦੀ ਤਪੱਸਿਆ ਦਾ ਕਾਰਨ ਬਣਿਆ ਹੈ। ਅਬ ਮੈਂ ਜਾਉ ਤਾਹੇ ਕੇ ਪਾਸਾ। ਤੇ ਹੁਣ ਕਹਿੰਦੇ ਮੈਂ ਉਹਨਾਂ ਦੇ ਕੋਲ ਉਸ ਭਗਤ ਨੂੰ ਜਾ ਕੇ ਦਰਸ਼ਨ ਦੇਵਾਂਗਾ। ਸਭ ਕੋ ਛੂਟੇ ਰੋਕਨ ਸਵਾਸਾ। ਤੇ ਇਹ ਜਿਹੜਾ ਸਭਨਾਂ ਦੇ ਸਵਾਸਾਂ 'ਚ ਰੁਕਾਵਟ ਆ ਰਹੀ, ਕਿਉਂਕਿ ਮੇਰੇ ਭਗਤ ਨੇ ਸਵਾਸ ਰੋਕ ਲਏ ਨੇ, ਧਿਆਨ ਮੇਰਾ ਕੀਤਾ ਹੋਇਆ, ਇਸ ਵਾਸਤੇ ਸਾਰਿਆਂ ਅੰਦਰ ਮੈਂ ਬੈਠਾ ਹੈ। ਇਸ ਵਾਸਤੇ ਕਹਿੰਦੇ ਸਭ ਦੇ ਤਾਈਂ ਇਹ ਕਸ਼ਟ ਹੋ ਰਿਹਾ ਹੈ। ਹੁਣ ਮੈਂ ਉਹਦੇ ਕੋਲ ਜਾਵਾਂਗਾ ਤੇ ਸਾਰੇ ਸੁਖੀ ਹੋ ਜਾਣਗੇ। ਸੁਨ ਇਮ ਬਾਣੀ ਅਮਰ ਪਧਾਰੇ। ਇਉਂ ਸਾਰੀ ਬਚਨ ਸੁਣ ਕੇ ਭਗਵਾਨ ਦੇ ਦੇਵਤੇ ਸਰਬ ਥਾਂ ਥਾਂ ਚਲੇ ਗਏ। ਜਹ ਤਹ ਤਿੰਨ ਕੇ ਹੁਤੇ ਬਸਾਰੇ। ਤੋ ਜਿੱਥੇ ਜਿੱਥੇ ਇਹਨਾਂ ਦੇ ਵਾਸੇ ਸਨ, ਪੁਰੀਆਂ ਸਨ, ਆਪੋ ਆਪਣੇ ਥਾਵਾਂ ਤੇ ਦੇਵਤੇ ਵਾਪਸ ਗਏ ਹਨ। ਸ੍ਰੀ ਭਗਵੰਤ ਚੜੇ ਉਰਗਾਰੀ। ਤਾਂ ਕਹਿੰਦੇ ਫਿਰ ਭਗਵਾਨ, ਕਿਉਂਕਿ ਇਹ ਜਿਹੜਾ ਪ੍ਰਾਚੀਨ ਸਮੇਂ ਦਾ ਇਸ ਪ੍ਰਕਾਰ ਧਰਮ ਹੈ, ਇਹਨਾਂ ਦਾ ਧਿਆਨ ਵਿਸ਼ਨੂੰ ਮਹਾਰਾਜ ਤੱਕ ਹੈ। ਕਹਿੰਦੇ ਇਸ ਪ੍ਰਕਾਰ ਗਰੜ ਤੇ ਸਵਾਰ ਹੋ ਕਰਕੇ ਭਗਵਾਨ ਜੀ ਚੱਲੇ ਹਨ। ਆਏ ਜਹਾਂ ਕਰਹਿ ਤਪ ਭਾਰੀ। ਜਿੱਥੇ ਇਸ ਪ੍ਰਕਾਰ ਮਧੂਬਨ ਦੇ ਵਿੱਚ ਸੋ ਭਾਰੀ ਤਪੱਸਿਆ ਕਰ ਰਿਹਾ ਸੀ ਭਗਤ ਧਰੂ ਜੀ, ਉੱਥੇ ਆ ਗਏ ਭਗਵਾਨ। ਮਨ ਇੰਦਰੀ ਕਰ ਅਚਲ ਸਮਾਧੀ। ਜਿਸ ਨੇ ਆਪਣੇ ਮਨ ਨੂੰ, ਸਰੀਰ ਦੇ ਇੰਦਰੀਆਂ ਨੂੰ ਅਚਲ ਇੱਕ ਰਸ ਟਿਕਾਇਆ ਹੋਇਆ ਹੈ, ਸਮਾਧੀ ਵਿੱਚ ਲੀਨ ਹੈ। ਕੇਵਲ ਕੇਸਵ ਚਰਨ ਅਰਾਧੀ। ਸਿਰਫ ਸੋ ਕੇਸਵ ਕੇਸਾਂ ਧਾਰੀ ਅਕਾਲ ਪੁਰਖ ਪਰਮੇਸ਼ਵਰ ਦੀ ਅਰਾਧਨਾ ਵਿੱਚ ਜੁੜਿਆ ਹੋਇਆ ਹੈ। ਇਸ ਪ੍ਰਕਾਰ ਇਸ ਨੇ ਸਾਧਨਾ ਜਿਹੜੀ ਸਾਧੀ ਹੋਈ ਹੈ। ਹਿਰਦੇ ਸਰੂਪ ਬਸਾਏ ਅਨੂਪਾ। ਉਪਮਾ ਤੋਂ ਰਹਿਤ ਪਰਮੇਸ਼ਵਰ ਦੇ ਸਰੂਪ ਨੂੰ ਆਪਣੇ ਹਿਰਦੇ ਵਿੱਚ ਧਿਆਨ ਵਿੱਚ ਵਸਾਇਆ ਹੋਇਆ ਹੈ। ਨਹੀਂ ਬਾਹਰ ਕੋ ਪਿਖੇ ਸਰੂਪਾ। ਇਹ ਬਾਹਰ ਹੁਣ ਨੇਤਰ ਨਹੀਂ ਖੋਲਦਾ, ਬਾਹਰ ਨਹੀਂ ਦੇਖਦਾ, ਅੰਤਰਮੁਖ ਬਿਰਤੀ ਕਹੀਦਾ ਇਸ ਨੂੰ। ਅੰਤਰਮੁਖ ਬਿਰਤੀ ਕਰਕੇ ਧਿਆਨ ਵਿੱਚ ਜੁੜਿਆ ਹੋਇਆ ਹੈ। ਤੇ ਇਸ ਤਰੀਕੇ ਦੇ ਨਾਲ, ਕਿਉਂਕਿ ਜਿਸ ਵੇਲੇ ਇਹ ਸਾਧਨਾ ਕੀਤੀ ਜਾਂਦੀ ਹੈ ਯੋਗ ਦੇ ਤਰੀਕੇ ਦੇ ਨਾਲ, ਤੇ ਇਸ ਪ੍ਰਕਾਰ ਸੋ ਮਹਾਂਪੁਰਖ ਦੱਸਿਆ ਕਰਦੇ ਨੇ, ਜੇ ਤਾਂ ਪ੍ਰਾਣਾਯਾਮ ਕਰੀਏ, ਪੂਰਕ ਕੁੰਭ ਕਰੇਚਕ, ਇੱਕ ਨੱਕ ਦੇ ਪਾਸੋਂ ਸਵਾਸ ਉੱਪਰ ਲਿਜਾਣਾ, ਮੱਥੇ 'ਚ ਟਿਕਾ ਕੇ ਦੂਸਰੀ ਨਾਸ ਤੋਂ ਥੱਲੇ ਉਤਾਰਨਾ, ਫਿਰ ਉਧਰੋਂ ਚੜ੍ਹਾ ਕੇ ਟਿਕਾ ਕੇ ਮੱਥੇ ਫਿਰ ਦੂਜੇ ਪਾਸੇ ਉਤਾਰਨਾ। ਜੇ ਇਸ ਕਿਰਿਆ ਦੁਆਰਾ ਤ੍ਰਿਕੁਟੀ ਖੁੱਲ੍ਹ ਕਰਕੇ ਦਸਮ ਦੁਆਰ ਪ੍ਰਾਣ ਟਿਕਾਏ ਜਾਣ ਤਾਂ ਇਹਦੇ ਨਾਲ ਕੁਝ ਸਮੇਂ ਤੱਕ ਸਮਾਧੀ ਲੱਗਦੀ ਹੈ। ਇੱਕ ਦੂਸਰਾ ਹੈ ਜਿਹੜਾ ਬਾਣੀ ਵਿੱਚ ਜ਼ਿਕਰ ਆਉਂਦਾ ਕਿ ਮੇਰ ਡੰਡ ਸਿਰ ਉੱਪਰ ਬਸੈ। ਰੀੜ੍ਹ ਦੀ ਹੱਡੀ ਦੁਆਰਾ ਆਪਣੇ ਸਵਾਸਾਂ ਨੂੰ, ਰੀੜ੍ਹ ਦੀ ਹੱਡੀ ਦੁਆਰਾ ਇੱਧਰ ਦੀ ਜਿਸ ਵੇਲੇ ਕਹਿੰਦੇ ਸਵਾਸ ਜਿਹੜੇ ਦਸਮ ਦੁਆਰ ਚੜ੍ਹਾਏ ਜਾਂਦੇ ਨੇ, ਉਹ ਸਮਾਧੀ ਲੰਬੇ ਸਮੇਂ ਤੱਕ ਲੱਗਦੀ ਹੈ।
ਜਿਸ ਤਰ੍ਹਾਂ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਬਖਸ਼ਿਸ਼ ਕੀਤੀ ਹੈ, ਸੋ ਤਾਲ ਪਟਾਉਣਾ ਸ਼ੁਰੂ ਕੀਤਾ ਸੀ ਤੇ ਧਰਤੀ ਦੇ ਵਿੱਚੋਂ ਥੱਲਿਓਂ ਇੱਕ ਮੱਠ ਨਿਕਲਿਆ ਹੈ। ਉਸ ਮੱਠ ਨੂੰ ਮਹਾਰਾਜ ਨੂੰ ਜਦੋਂ ਬੇਨਤੀ ਕੀਤੀ ਤੇ ਕਹਿੰਦੇ ਵੀ ਮੱਠ ਨਿਕਲਿਆ, ਮਹਾਰਾਜ ਕਹਿੰਦੇ ਵੀ ਉਹਨੂੰ ਚਾਰ ਚਫੇਰੋਂ ਕਾਰ ਸੇਵਾ ਕੱਢ ਦਿਓ, ਮੱਠ ਨੂੰ ਛੇੜਨਾ ਨਹੀਂ ਹੈ। ਉਹਦੇ ਦਰਵਾਜ਼ਾ ਜਿਸ ਪਾਸੇ ਸੀ ਉਹਦੇ ਮੂਹਰੇ ਇੱਕ ਪੱਥਰ ਰੱਖਿਆ ਹੋਇਆ ਸੀ। ਸਤਿਗੁਰੂ ਨੇ ਪੱਥਰ ਪਾਸੇ ਕਰਵਾਇਆ। ਉਸ ਮੱਠ ਦੇ ਵਿੱਚ ਇੱਕ ਜੋਗੀ ਸੀ, ਬੜਾ ਕੱਦ ਇਸ ਦਾ ਦੱਸਿਆ ਇਤਿਹਾਸ ਵਿੱਚ, ਵੱਡਾ ਕੱਦ ਸੀ ਇਸ ਦਾ, ਬੈਠਾ ਸੀ ਸਮਾਧੀ ਲਾ ਕੇ। ਸਾਹਿਬ ਗੁਰੂ ਅਰਜਨ ਦੇਵ ਸਾਹਿਬ ਜੀ, ਬਾਬਾ ਬੁੱਢਾ ਸਾਹਿਬ ਜੀ ਗੁਰਸਿੱਖ ਮੁਖੀ ਜਿਹੜੇ ਸਨ ਕੋਲ ਆ ਗਏ। ਗੁਰੂ ਪਾਤਸ਼ਾਹ ਅੰਤਰਜਾਮੀ ਸਨ। ਹਜੂਰ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਮੱਖਣ ਕਸਤੂਰੀ ਆਦਿਕ ਮੰਗਾ ਕਰਕੇ ਇਸ ਜੋਗੀ ਜੀ ਦਾ ਸਰੀਰ ਜਿਹੜਾ ਸੀ ਇਸ ਨੂੰ ਮੱਠ ਵਿੱਚੋਂ ਕੱਢ ਕਰਕੇ ਗੁਰੂ ਸਾਹਿਬ ਨੇ ਸੇਵਾਦਾਰਾਂ ਦੀ ਸੇਵਾ ਲਾ ਦਿੱਤੀ। ਇਸ ਦੇ ਤਾਲੂ ਅਸਥਾਨ 'ਤੇ ਮਾਲਿਸ਼ ਕਰੋ, ਹੱਥਾਂ ਦੇ ਪੈਰਾਂ ਦੀ ਮਾਲਿਸ਼ ਕਰੋ। ਇਉਂ ਸਤਿਗੁਰੂ ਨੇ ਕਿਰਪਾ ਕਰਕੇ ਜਿਹੜਾ ਦਾ ਸਰੀਰ ਆਕੜਿਆ ਹੋਇਆ ਸੀ ਜੁਗਾਂ ਪਰਯੰਤ ਟਿਕੇ ਹੋਏ ਦਾ, ਕੁਛ ਨਰਮਾਈ ਲਿਆ ਕਰਕੇ ਇਹਦੇ ਪ੍ਰਾਣ ਉਤਾਰੇ ਨੇ। ਇਸ ਨੇ ਜੇ ਹੌਲੀ ਹੌਲੀ ਨੇਤਰ ਖੋਲ੍ਹੇ ਨੇ ਤੇ ਉਸ ਵੇਲੇ ਨੇਤਰ ਖੋਲ੍ਹ ਕਰਕੇ ਦੇਖਿਆ ਤੇ ਇਸ ਦਾ ਪਹਿਲਾ ਸਵਾਲ ਦੱਸਿਆ, ਕਹਿੰਦਾ ਵੀ ਕਿਹੜਾ ਯੁੱਗ ਚੱਲਦਾ ਹੈ। ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ। ਇਸ ਸਿਮਰਨ ਦੀਆਂ ਬਰਕਤਾਂ ਨੇ। ਕਹਿੰਦੇ ਕਿਹੜਾ ਯੁੱਗ ਚੱਲ ਰਿਹਾ ਹੈ? ਤਾਂ ਉਸ ਵੇਲੇ ਬਾਬਾ ਜੀ ਕੋਲ ਬੈਠੇ ਸਨ ਬਾਬਾ ਬੁੱਢਾ ਜੀ, ਕਹਿੰਦੇ ਜੀ ਕਲਯੁੱਗ ਆ ਗਿਆ। ਅੱਛਾ, ਕਹਿੰਦੇ ਇਹ ਕਲਯੁੱਗ ਜੇ ਆ ਗਿਆ ਤੇ ਗੁਰੂ ਨਾਨਕ ਦਾ ਅਵਤਾਰ ਹੋਣਾ ਸੀ? ਕਹਿੰਦੇ ਹਾਂ ਜੀ ਸਾਹਿਬ, ਗੁਰੂ ਨਾਨਕ ਸਾਹਿਬ ਦਾ ਅਵਤਾਰ ਹੋ ਚੁੱਕਿਆ। ਫਿਰ ਕਹਿੰਦਾ ਜੀ ਉਹ ਗੁਰੂ ਨਾਨਕ ਸਾਹਿਬ ਦਾ ਪੰਜਵਾਂ ਸਰੂਪ ਜਿਹੜਾ ਗੁਰੂ ਅਰਜਨ ਦੇਵ ਸਾਹਿਬ ਨੇ ਆਉਣਾ ਸੀ, ਆਏ ਕਿ ਨਹੀਂ? ਬਾਬਾ ਜੀ ਕਹਿਣ ਲੱਗੇ ਮਹਾਰਾਜ ਜੀ ਉਹ ਤੁਹਾਡੇ ਸਾਹਮਣੇ ਖੜੇ ਨੇ ਗੁਰੂ ਅਰਜਨ ਦੇਵ ਸਾਹਿਬ। ਇਸ ਜੋਗੀ ਨੇ ਹੱਥ ਜੋੜ ਕੇ ਨਮਸਕਾਰ ਕੀਤੀ ਤੇ ਸਾਹਿਬ ਗੁਰੂ ਅਰਜਨ ਦੇਵ ਸਾਹਿਬ ਨੇ ਬਖਸ਼ਿਸ਼ ਕੀਤੀ। ਪੁੱਛਿਆ ਵੀ ਤੁਸੀਂ ਕਿਸ ਤਰ੍ਹਾਂ ਇਹ ਜਾਣਦੇ ਹੋ? ਪਹਿਲਾਂ ਕਹਿਣ ਲੱਗਾ ਕਿ ਮੈਂ ਧਰਮੀ ਸੀ, ਆਪਣੇ ਗੁਰੂ ਕੋਲ ਮੈਂ ਸਿਮਰਨ ਕਰਦਾ ਸੀ। ਗੁਰੂ ਪ੍ਰਸੰਨ ਹੋਏ ਤੇ ਮੈਨੂੰ ਕਹਿਣ ਲੱਗੇ ਭਈ ਤੂੰ ਕੀ ਚਾਹੁੰਦਾ? ਕਹਿੰਦਾ ਵੀ ਮੈਂ ਬੇਨਤੀ ਕੀਤੀ ਕਿ ਮਹਾਰਾਜ ਕਿਰਪਾ ਕਰੋ, ਮੈਂ ਜਨਮ ਨਹੀਂ ਲੈਣਾ, ਐਸੇ ਸਰੀਰ ਵਿੱਚ ਮੈਂ ਮੁਕਤ ਹੋਣਾ ਹੈ, ਇਸ ਵਾਸਤੇ ਕਿਰਪਾ ਕਰੋ ਤੇ ਮੈਂ ਮੁਕਤ ਹੋਣਾ। ਕਹਿੰਦੇ ਉਹ ਜੋਗੀ ਗੁਰੂ ਨੇ ਕਿਹਾ ਵੀ ਗੱਲ ਇਸ ਤਰ੍ਹਾਂ ਹੈ, ਮੁਕਤੀ ਮੈਂ ਦੇ ਨਹੀਂ ਸਕਦਾ, ਮੈਂ ਯੋਗ ਸਾਧਨਾ ਕਰਾ ਸਕਦਾ ਹੈ, ਰਿੱਧੀਆਂ ਸਿੱਧੀਆਂ ਦਵਾ ਸਕਦਾ ਹੈ, ਦਸਮ ਦੁਆਰ ਪ੍ਰਾਣ ਚੜ੍ਹਾ ਕੇ ਸਮਾਧੀ ਲਵਾ ਸਕਦਾ ਹੈ, ਪਰ ਜੇ ਤੂੰ ਮੁਕਤੀ ਲੈਣੀ ਹੈ ਨਾ ਤੇ ਕਲਯੁੱਗ ਵਿੱਚ ਆਉਣੇ ਨੇ ਧੰਨ ਗੁਰੂ ਨਾਨਕ ਸਾਹਿਬ ਜੀ, ਮੁਕਤੀ ਤਾਂ ਫਿਰ ਉਹ ਕਰਨਗੇ। ਕਹਿੰਦਾ ਮਹਾਰਾਜ ਫਿਰ ਮੈਨੂੰ ਕਿਰਪਾ ਕਰੋ, ਮੈਂ ਤਾਂ ਨਹੀਂ ਹੁਣ ਜਨਮ ਨਹੀਂ ਲੈਣਾ, ਇਸੇ ਸਰੀਰ 'ਚ ਹੀ ਮੁਕਤ ਹੋਣਾ। ਇਹਦਾ ਨਾਮ ਅਸੀਂ ਸੰਤੋਖਾ ਜੋਗੀ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰਦਾ। ਜਦੋਂ ਕਹਿੰਦੇ ਮੈਂ ਬੇਨਤੀ ਕੀਤੀ ਤਾਂ ਜੋਗੀ ਗੁਰੂ ਨੇ ਕਿਹਾ ਫਿਰ ਇੰਜ ਕਰ, ਅਸੀਂ ਤੈਨੂੰ ਮੱਠ ਬਣਾ ਕਰਕੇ ਤਿਆਰ ਕਰ ਦਿੰਦੇ ਹਾਂ, ਤੂੰ ਪੁਰਾਣਾ ਜਮ ਕਰਕੇ ਤੇ ਸਵਾਸ ਟਿਕਾ ਕਰਕੇ ਸਮਾਧੀ ਵਿੱਚ ਜੁੜ ਜਾ, ਅਸੀਂ ਮੱਠ ਵਿੱਚ ਟਿਕਾ ਦਿੰਦੇ ਹਾਂ ਤੈਨੂੰ। ਤੇ ਇਸ ਤਰੀਕੇ ਦੇ ਨਾਲ ਸਾਹਿਬ ਗੁਰੂ ਨਾਨਕ ਸਾਹਿਬ ਜੀ ਨੇ ਸੋ ਨੌਖੰਡ ਪ੍ਰਿਥਵੀ ਤੇ ਵਿਚਰਨਾ, ਉਹਨਾਂ ਕੋਲ ਸਮਾਂ ਨਹੀਂ ਨਿਕਲਣਾ। ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਤੇਰੇ ਕੋਲ ਆਉਣਗੇ ਤਾਂ ਆਣ ਕਰਕੇ ਇਸ ਪ੍ਰਕਾਰ ਤੈਨੂੰ ਦਰਸ਼ਨ ਦੇਣਗੇ ਔਰ ਤੈਨੂੰ ਇਹ ਜਿਹੜਾ ਨਾ ਪੂਰਨ ਗਿਆਨ ਹੈ ਉਹ ਬਖਸ਼ਿਸ਼ ਕਰਕੇ ਤੈਨੂੰ ਮੁਕਤੀ ਦੇਣਗੇ। ਕਹਿੰਦਾ ਇਸ ਲਈ ਮੈਂ ਉਡੀਕਦਾ ਸੀ ਵੀ ਗੁਰੂ ਅਰਜਨ ਦੇਵ ਸਾਹਿਬ ਕਲਯੁਗ ਆਵੇ, ਗੁਰੂ ਅਰਜਨ ਦੇਵ ਸਾਹਿਬ ਆਉਣ, ਮੈਨੂੰ ਦਰਸ਼ਨ ਦੇਣ ਤੇ ਮੈਂ ਮੁਕਤ ਹੋਣਾ। ਫਿਰ ਸਾਹਿਬ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਉਸ ਜੋਗੀ ਨੂੰ ਫਿਰ ਮੁਕਤੀ ਦੇ ਵਾਸਤੇ ਉਪਦੇਸ਼ ਦਿੱਤਾ ਹੈ, ਗਿਆਨ ਬਖਸ਼ਿਆ ਹੈ। ਬਾਬਾ ਬੁੱਢਾ ਜੀ ਕਹਿਣ ਲੱਗੇ ਇਸ ਪ੍ਰਕਾਰ ਕਿ ਜੋਗੀ ਸਾਹਿਬ ਗੁਰੂ ਨੇ ਕਿਰਪਾ ਕਰਤੀ ਤੁਹਾਡੇ ਤੇ ਤੁਸੀਂ ਕਦੋਂ ਤੋਂ ਬੈਠੇ? ਕਹਿੰਦੇ ਜੀ ਮੈਂ ਸਤਯੁਗ ਤੋਂ ਇਉਂ ਬੈਠਾ ਹੋਇਆ। ਤੇ ਕਹਿਣ ਲੱਗੇ ਤੁਸੀਂ ਸਤਯੁਗ ਦੇਖਿਆ ਹੈ, ਸਤਯੁਗ ਦਾ ਨਜ਼ਾਰੇ, ਕਲਯੁਗ ਵੀ ਦੇਖ ਲਓ। ਕਹਿੰਦੇ ਨਹੀਂ ਮਹਾਰਾਜ, ਕੋਈ ਇੱਛਾ ਨਹੀਂ, ਬਸ ਮੈਂ ਮੁਕਤ ਹੋਣਾ, ਕਿਰਪਾ ਹੋ ਗਈ, ਬਸ ਮੈਨੂੰ ਗਿਆਨ ਬਖਸ਼ ਦਿੱਤਾ ਹੈ, ਹੁਣ ਆਗਿਆ ਦਿਓ, ਹੁਣ ਮੈਂ ਸੱਚਖੰਡ ਨੂੰ ਜਾਣਾ ਹੈ। ਬਾਬਾ ਬੁੱਢਾ ਜੀ ਦੀ ਸੇਵਾ ਲਾਤੀ ਮੁਖੀਆਂ ਦੀ। ਕਹਿੰਦੇ ਜੋਗੀ ਸਾਹਿਬ ਦੀ ਭਾਈ ਜੋ ਚਾਹੁੰਦੇ ਨੇ ਸੇਵਾ ਕਰੋ, ਜਿਵੇਂ ਕਹਿੰਦੇ ਨੇ ਉਸੇ ਤਰ੍ਹਾਂ ਕਰੋ। ਇਉਂ ਫਿਰ ਉਹ ਜਿਹੜਾ ਸੰਤੋਖਾ ਜੋਗੀ ਸੀ ਸੋ ਉਸ ਦੀ ਕਲਿਆਣ ਸਤਿਗੁਰਾਂ ਨੇ ਕੀਤੀ ਔਰ ਉਸ ਸਰੋਵਰ ਦਾ ਨਾਮ ਹੀ ਸੰਤੋਖ ਸਰ ਰੱਖਿਆ ਹੋਇਆ। ਜੇ ਅੰਮ੍ਰਿਤਸਰ ਸਾਹਿਬ ਜਾ ਕੇ ਆਪਾਂ ਇਸ਼ਨਾਨ ਕਰਦੇ ਹਾਂ, ਉਹਦਾ ਇਤਿਹਾਸ ਆ ਹੈ। ਤਾਂ ਮੇਰੇ ਸਤਿਗੁਰੂ ਨੇ ਬਖਸ਼ਿਸ਼ ਕੀਤੀ ਸੀ। ਆ ਥੋੜ੍ਹਾ ਸਮਾਂ ਹੋਇਆ
ਚਾਈਨਾ ਵਿੱਚ ਇੱਕ ਖਬਰ ਆਈ ਸੀ, ਇੱਕ ਪਹਾੜ ਤੋਂ ਕੋਈ ਰਸਤਾ ਬਣਾ ਰਹੇ ਸਨ। ਉਸ ਪਹਾੜ ਦੇ ਵਿੱਚੋਂ ਤੇ ਇਸ ਪ੍ਰਕਾਰ ਉਸ ਦੇ ਵਿੱਚ ਇੱਕ ਬੀਬੀ ਦਾ ਸਰੀਰ ਸੀ। ਕਹਿੰਦੇ ਵੀ ਉਹਦੇ ਨੇਤਰ ਜਿਹੜੇ ਸੀ ਉਹ ਨਹੀਂ ਕੰਮ ਕਰ ਰਹੇ ਸਨ, ਤੇ ਸਰੀਰ ਐਵੇਂ ਸੀ ਜਿਵੇਂ ਬਿਲਕੁਲ ਜਿਉਂਦਾ ਜਾਗਦਾ ਬੰਦਾ ਜਿਉਂਦੀ। ਉਹਦੇ ਥੋੜ੍ਹਾ ਜਿਹਾ ਕਿਤੇ ਜ਼ਖਮ ਹੋ ਗਿਆ, ਖੂਨ ਵਗਣਾ ਸ਼ੁਰੂ ਹੋ ਗਿਆ। ਉਸ ਨੂੰ ਉਸੇ ਤਰ੍ਹਾਂ ਹੀ ਕਹਿੰਦੇ ਨੇ ਮਲਮ ਪੱਟੀ ਕਰਕੇ ਉੱਥੇ ਉਸੇ ਤਰ੍ਹਾਂ ਇਹਨਾਂ ਨੂੰ ਬਿਠਾ ਦਿੱਤਾ। ਕੋਈ ਇਸੇ ਤਰ੍ਹਾਂ ਹੀ ਸੋ ਕਿਸੇ ਰੂਪ ਵਿੱਚ ਉਹ ਬੰਦਗੀ ਵਿੱਚ ਰੂਹ ਬੈਠੀ ਹੋਈ, ਪਤਾ ਨਹੀਂ ਕਦੋਂ ਦੀ, ਉਹ ਵੀ ਆਨੰਦ ਮਾਣ ਰਹੀ ਸੀ। ਇਹ ਇੱਕ ਅਚਰਜ ਕੌਤਕ ਨੇ ਜੋ ਕਿ ਸੰਸਾਰਕ ਅਕਲਾਂ ਤੋਂ ਉੱਚੀ ਗੱਲ ਹੈ। ਇਹਨੂੰ ਦੁਨੀਆ ਦੇ ਸਾਇੰਸਦਾਨ ਜਾਂ ਅਕਲਾਂ ਵਾਲੇ ਲੋਕ ਨਹੀਂ ਸਮਝ ਸਕਦੇ। ਇਹ ਪਰਮੇਸ਼ਵਰ ਦੀ ਬੰਦਗੀ ਦੇ ਨਿਆਰੇ ਖੇਲ ਹਨ। ਤੋ ਇਉਂ ਭਗਤ ਧਰੂਵ ਜੀ ਜਿਹੜੇ ਨੇ ਸੋ ਅਚਲ ਸਰੀਰ ਨੂੰ ਕਰਕੇ ਦਸਮ ਦੁਆਰ ਪੁਰਾਣ ਚੜਾਏ ਹੋਏ ਨੇ, ਸਮਾਧੀ ਵਿੱਚ ਟਿਕ ਕਰਕੇ ਅੰਤਰਮੁਖ ਬਿਰਤੀ ਕਰਕੇ ਬੈਠੇ ਨੇ, ਨੇਤਰ ਨਹੀਂ ਖੋਲਦੇ ਹਨ। ਜਬ ਸ੍ਰੀ ਹਰਿ ਕੀਏ ਅੰਤਰ ਧਿਆਨੇ, ਤੋ ਜਦੋਂ ਸ੍ਰੀ ਜੋ ਵਾਹਿਗੁਰੂ ਪਰਮੇਸ਼ਵਰ ਜੀ ਆਏ ਹਨ, ਅੰਤਰ ਧਿਆਨ ਹੋਏ ਹਨ, ਤਬ ਪੰਕਜ ਸੇ ਨੈਣ ਖੁਲਾਨੇ, ਤਾਂ ਕਹਿੰਦੇ ਕਮਲਾਂ ਵਰਗੇ ਜਿਹੜੇ ਨੇਤਰ ਨੇ ਫਿਰ ਖੁੱਲ ਗਏ। ਇਹਦਾ ਭਾਵ ਕੀ ਹੈ? ਕਹਿੰਦੇ ਵੀ ਜਿਹੜਾ ਭਗਤ ਧਰੂਵ ਜੀ ਆਪਣੇ ਹਿਰਦੇ ਦੇ ਅੰਦਰ ਪਰਮੇਸ਼ਵਰ ਦਾ ਧਿਆਨ ਧਾਰ ਕੇ ਜਿਸ ਰੂਪ ਵਿੱਚ ਧਿਆਨ ਟਿਕਾਇਆ ਹੋਇਆ ਸੀ ਨਾ, ਜਦੋਂ ਵਾਹਿਗੁਰੂ ਪਰਮੇਸ਼ਵਰ ਜੀ ਸਨਮੁਖ ਆ ਗਏ ਤੇ ਜਿਹੜਾ ਅੰਦਰ ਧਿਆਨ ਸੀ ਨਾ ਉਹ ਅਲੋਪ ਕਰ ਦਿੱਤਾ। ਜਿਸ ਨੇ ਅੰਦਰੋਂ ਧਿਆਨ ਅਲੋਪ ਕਰ ਦਿੱਤਾ ਤਾਂ ਧਿਆਨ ਨੂੰ ਅੰਦਰੋਂ ਉਖੜਿਆ ਤੇ ਨੇਤਰ ਖੁੱਲ ਗਏ। ਜਦੋਂ ਨੇਤਰ ਖੁੱਲ ਗਏ ਹਨ ਤਾਂ ਸੋ ਸਰੂਪ ਢਿਗ ਬਾਹਰ ਦੇਖਾ, ਜਿਸ ਸਰੂਪ ਦਾ ਧਿਆਨ ਕਰੀ ਬੈਠਾ ਸੀ ਉਸੇ ਸਰੂਪ ਦੇ ਦਰਸ਼ਨ ਹੋਏ। ਜਦੋਂ ਨੇਤਰ ਖੋਲੇ ਤਾਂ ਪਤਾ ਲੱਗ ਗਿਆ ਵੀ ਭਗਵਾਨ ਆ ਗਏ ਹਨ। ਪਰਿਓ ਡੰਡਵਤ ਪ੍ਰੇਮ ਬਸੇਖਾ, ਬੜਾ ਭਾਰੀ ਪ੍ਰੇਮ ਕਰਕੇ ਡੰਡੇ ਵਾਂਗ ਲੰਬਾ ਪੈ ਕੇ ਡੰਡੌਤ ਕੀਤੀ ਹੈ। ਪੁਨ ਲੋਚਨ ਭਰ ਰੂਪ ਨਿਹਾਰਾ, ਫਿਰ ਨੇਤਰ ਭਰ ਕਰਕੇ ਦਰਸ਼ਨ ਦੀਦਾਰ ਕੀਤੇ ਜਿਨ੍ਹਾਂ ਵਾਸਤੇ ਇਤਨਾ ਸਮਾਂ ਤਪ ਸਾਧਿਆ ਸੀ। ਚਾਹਤ ਅਲਿੰਗਨ ਸ੍ਰੀ ਕਰਤਾਰਾ, ਹੁਣ ਚਾਹੁੰਦਾ ਹੈ ਧਰੂਵ ਭਗਤ ਕਿ ਮੈਂ ਮਹਾਰਾਜ ਨੂੰ ਸਪਰਸ਼ ਕਰਾਂ, ਮਹਾਰਾਜ ਦੇ ਚਰਨ ਪਕੜਾਂ। ਉਸਤਤ ਕਰ ਨਾ ਸਕਤ ਮਤ ਥੋਰੀ, ਕਿਉਂਕਿ ਹੁਣ 5 ਸਾਲ ਦੀ ਉਮਰ ਹੈ, ਬਖਸ਼ਿਸ਼ ਹੋਈ, ਪਰਮੇਸ਼ਵਰ ਦਾ ਦਰਸ਼ਨ ਹੋਇਆ। ਹੁਣ ਅੰਦਰ ਹਿਰਦੇ ਦੇ ਉਮਾ ਉਤਸ਼ਾਹ ਚਾਹ ਆ ਕਿ ਮੈਂ ਮਹਾਰਾਜ ਦੀ ਉਪਮਾ ਕਰਾਂ ਵੀ ਮੇਰੇ ਤੇ ਬਹੁਤ ਕਿਰਪਾ ਕੀਤੀ ਹੈ। ਪਰ ਹੁਣ ਸੋ ਅਜੇ ਉਹ ਅਕਲ ਨਹੀਂ ਜਿਹਦੇ ਨਾਲ ਸ਼ਬਦ ਬਣਾ ਕਰਕੇ ਮਹਾਰਾਜ ਦੀ ਉਪਮਾ ਕਰ ਸਕੇ। ਇੱਛਾ ਅਦਕ ਰਹਿਓ ਕਰ ਜੋਰੀ, ਤੋ ਹਿਰਦੇ ਵਿੱਚ ਇੱਛਾ ਹੈ, ਇਉਂ ਇੱਛਾ ਮਨ ਵਿੱਚ ਧਾਰ ਕਰਕੇ ਮਨ ਵਿੱਚ ਉਤਸ਼ਾਹ ਆ ਰਿਹਾ, ਉਮਾ ਆ ਰਿਹਾ ਹੈ, ਹੱਥ ਜੋੜ ਕੇ ਖੜਾ ਹੈ ਮਹਾਰਾਜ ਦੇ ਚਰਨਾਂ ਵਿੱਚ ਸਾਹਮਣੇ। ਸ੍ਰੀ ਹਰਿ ਜਾਨ ਗਏ ਉਰਤਾਹ, ਅੰਤਰਜਾਮੀ ਭਗਵਾਨ ਜੀ ਜਾਣ ਗਏ ਹਨ ਕਿ ਇਹਦੇ ਹਿਰਦੇ ਵਿੱਚ ਇੱਛਾ ਐਸੀ ਹੈ। ਨਿਜ ਕਰ ਸੰਖ ਤਬਹਿ ਮੁਖ ਸਵਾਹ, ਤਾਂ ਕਹਿੰਦੇ ਇਸ ਪ੍ਰਕਾਰ ਭਗਵਾਨ ਵਿਸ਼ਨੂੰ ਮਹਾਰਾਜ ਨੇ ਜਿਹੜਾ ਆਪਣੇ ਇੱਕ ਹੱਥ ਵਿੱਚ ਪੰਜ ਮੁਖ ਨਾਦ ਕਹਿੰਦੇ ਨੇ ਉਸ ਸੰਖ ਨੂੰ, ਉਹ ਕਹਿੰਦੇ ਨੇ ਸੋ ਇਸ ਭਗਤ ਜੀ ਦੇ ਮੂੰਹ ਨੂੰ ਲਾ ਦਿੱਤਾ ਹੈ। ਤਤ ਸਿਨ ਉਜਲ ਮਤ ਹੋਵੇ ਆਈ, ਜਦੋਂ ਉਹ ਇਸ ਦੇ ਮੁਖ ਨੂੰ ਸੁਹਾ ਦਿੱਤਾ ਸ਼ੰਖ, ਤਾਂ ਕਹਿੰਦੇ ਉਹਦੇ ਨਾਲ ਇਸ ਦੀ ਉਜਲ ਮਤ ਹੋ ਗਈ। ਸੋ ਉਸਤਤੀ ਕਰਨ ਦੇ ਈਸ਼ਵਰ ਜੀਵ ਗਿਆਨ ਸਭ ਪਾਈ, ਤੋ ਝਟ ਹੀ ਇਸ ਨੂੰ ਜੀਵ ਤੇ ਈਸ਼ ਦਾ ਗਿਆਨ ਹੋ ਗਿਆ ਹੈ। ਜੀਵ ਪੁਣਾ ਇਸ ਦਾ ਈਸ਼ਵਰ ਚ ਅਭੇਦ ਹੋ ਗਿਆ। ਵਰਣਨ ਕਰਨ ਲੱਗਾ ਗੁਣ ਰੂਰੇ, ਬੜੇ ਸੁੰਦਰ ਫਿਰ ਪਰਮੇਸ਼ਵਰ ਦੇ ਅਸਤੋਤਰ ਉਚਾਰਨ ਕੀਤੇ। ਵਾਹਿਗੁਰੂ ਪਰਮੇਸ਼ਵਰ ਦੀ ਮਹਿਮਾ ਉਚਾਰੀ ਹੈ ਧਰੂ ਜੀ ਨੇ। ਭਗਤ ਭਾਉ ਉਰ ਰਹਿਓ ਸਪੂਰੇ, ਤੋ ਕਿਉਂਕਿ ਹਿਰਦੇ ਵਿੱਚ ਪ੍ਰੇਮਾ ਭਗਤੀ ਭਰਪੂਰ ਹੋਈ ਹੋਈ ਹੈ ਇਸ ਭਗਤ ਜੀ ਦੇ। ਬੰਦੋਂ ਪਦ ਅਰਬਿੰਦ ਬਹੋਰੀ, ਤੋ ਇਸ ਪ੍ਰਕਾਰ ਫਿਰ ਕਹਿੰਦੇ ਦੋਵੇਂ ਹੱਥ ਜੋੜ ਕੇ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕੀਤੀ ਇਸਨੇ। ਜਿਨ ਕਰੁਣਾ ਅਸਮਤ ਭੀ ਮੋਰੀ, ਕਹਿੰਦੇ ਜਿਨ੍ਹਾਂ ਦੀ ਕਿਰਪਾ ਦਾ ਸਦਕਾ ਮੇਰੇ ਤੇ ਬਖਸ਼ਿਸ਼ ਹੋਈ ਹੈ, ਐਸੀ ਮਤ ਮਿਲੀ ਹੈ ਕਿ ਐਸੀ ਮਤ ਦੀਜਾ ਮੇਰੇ ਠਾਕੁਰ, ਇਹੋ ਜੀ ਮਤ ਬਖਸ਼ਿਸ਼ ਕੀਤੀ ਹੈ ਮਹਾਰਾਜ ਦਾ ਜਸ ਕਰਨ ਵਾਲੀ। ਰਮਾ ਨਿਵਾਸ ਈਸ ਭਗਵੰਤਾ, ਇਸ ਪ੍ਰਕਾਰ ਜਿਸ ਭਗਵਾਨ ਦੇ ਚਰਨਾਂ ਵਿੱਚ ਰਮਾ ਲక్ష్ਮੀ ਵਾਸ ਕਰਦੀ ਹਰ ਵੇਲੇ। ਅੰਤਰਜਾਮੀ ਸਰਬ ਅਨੰਤਾ, ਜੋ ਅੰਤਰਜਾਮੀ ਹੈ ਤੇ ਸਭ ਦਾ ਅਜਾਣੀ ਜਾਣ ਤੇ ਅਨੰਤਾ ਬੇਅੰਤ ਸਰੂਪ ਪਰਮੇਸ਼ਰ ਜੋ ਹੈ। ਜੜ ਜੰਗਮ ਮੈਂ ਵਿਆਪਕ ਸਾਰੇ, ਤੇ ਉਹ ਪਰਮੇਸ਼ਵਰ ਜਿਹੜਾ ਹੈ ਸੋ ਕਹਿੰਦੇ ਨੇ ਉਹ ਚਾਹੇ ਜੜ ਤੇ ਚਾਹੇ ਜੰਗਮ। ਜੜ ਜੂਨਾ ਪੱਥਰ ਨੇ, ਪਹਾੜ ਨੇ, ਦਰਖਤ ਨੇ, ਖੇਤੀਆਂ, ਬੂਟੇ, ਪੌਦੇ, ਇਹਨਾਂ ਵਿੱਚ ਵੀ ਉਹੀ ਪਰਮੇਸ਼ਰ ਹੈ। ਤੇ ਜੰਗਮ ਜੋ 84 ਲੱਖ ਜੂਨਾਂ ਵਿਚਰਨ ਵਾਲੀਆਂ, ਇਹਨਾਂ ਨੂੰ ਚੇਤਨ ਕਹੀਦਾ ਹੈ। ਸੋ ਚੇਤਨਤਾ ਨੂੰ ਪ੍ਰਾਪਤ ਨੇ, ਸੋ ਹਿੱਲਣ ਚੱਲਣ ਫਿਰਨ ਵਾਲੀਆਂ ਜੂਨਾਂ
ਉਹਨਾਂ ਸਾਰਿਆਂ ਵਿੱਚ ਹੀ ਵਾਹਿਗੁਰੂ ਵਿਆਪਕ ਹੈ। ਰਚਹੁ ਆਪ ਪੁਨ ਰਹੋ ਨਿਰਾਰੇ। ਤੇ ਬੇਨਤੀ ਕੀਤੀ, ਜਸ ਕੀਤਾ, ਮਹਾਰਾਜ ਇਹ ਸਾਰੀ ਰਚਨਾ ਵੀ ਤੁਸੀਂ ਕਰਦੇ ਹੋ, ਸਾਰਿਆਂ ਵਿੱਚ ਵਿਆਪਕ ਹੋ ਕਰਕੇ ਵੀ ਫਿਰ ਤੁਸੀਂ ਨਿਰਲੇਪ ਹੋ, ਐਸੇ ਸਮਰੱਥ ਹੋ ਜੀ। ਜੇ ਨਾ ਭਜਹਿ ਤਵ ਚਰਨ ਗੁਸਾਈ। ਹੇ ਮੇਰੇ ਸੁਆਮੀ ਵਾਹਿਗੁਰੂ, ਸੋ ਹੇ ਪਰਮੇਸ਼ਵਰ ਜੀ, ਜਿਹੜੇ ਲੋਕ ਤੁਹਾਡਾ ਭਜਨ ਨਹੀਂ ਕਰਦੇ ਹਨ, ਜਾਏ ਨਰਕ ਮਹਿ ਸੰਕਟ ਪਾਈ। ਉਹ ਨਰਕਾਂ ਵਿੱਚ ਜਾਂਦੇ ਨੇ, ਬੜੇ ਦੁੱਖ ਸਹਾਰਦੇ ਹਨ ਜੀ। ਜੇ ਚਰਨਾਰ ਬਿੰਦ ਰਸ ਭੀਨੇ। ਜਿਹੜੇ ਮਹਾਰਾਜ ਤੁਹਾਡੇ ਚਰਨਾਂ ਕਮਲਾਂ ਦੇ ਪ੍ਰੇਮ ਰਸ ਵਿੱਚ ਭਿੱਜੇ ਹੋਏ ਹਨ, ਆਪਣੋ ਮਨ ਮਲਿੰਦ ਸਮ ਕੀਨੇ। ਜਿਨ੍ਹਾਂ ਨੇ ਆਪਣੇ ਮਨਾਂ ਨੂੰ ਭੌਰਿਆਂ ਦੀ ਨਿਆਈ ਕੀਤਾ ਹੋਇਆ, ਤੁਹਾਡੇ ਚਰਨਾਂ ਨੂੰ ਕਮਲ ਬਣਾ ਕਰਕੇ ਪ੍ਰੇਮੀ ਬਣੇ ਹੋਏ ਨੇ। ਜੋ ਸੁਖ ਪਾਵਹਿ ਅਮਿਤ ਵਿਸਾਲਾ। ਤੋ ਜਿਹੜੇ ਇਸ ਤਰੀਕੇ ਦੇ ਨਾਲ ਸੋ ਮਿਣਤੀ ਆਦਿਕ ਤੋਂ ਰਹਿਤ ਸੁੱਖਾਂ ਦੀ ਪ੍ਰਾਪਤੀ ਕਰਦੇ ਨੇ, ਮਹਾਰਾਜ ਤੁਹਾਡੇ ਚਰਨਾਂ ਦਾ ਧਿਆਨ ਕਰਕੇ। ਕਬ ਨ ਪਰੇ ਤਿਨ ਪਰ ਜਮ ਜਾਲਾ। ਉਹਨਾਂ ਉੱਤੇ ਕਦੇ ਵੀ ਮਹਾਰਾਜ ਜਮਾਂ ਦਾ ਜਾਲ, ਕਦੇ ਮੌਤ ਜਿਹੜੀ ਹਾਵੀ ਨਹੀਂ ਹੁੰਦੀ ਹੈ। ਬਿਨਾ ਪ੍ਰਯਾਸ ਤਰਹਿ ਸੰਸਾਰੂ। ਤੋ ਉਹ ਇਸ ਤਰ੍ਹਾਂ ਬਿਨਾਂ ਹੀ ਯਤਨ ਤੋਂ ਸੰਸਾਰ ਨੂੰ ਤਰ ਜਾਂਦੇ ਨੇ, ਜਿਵੇਂ ਬਾਣੀ ਵਿੱਚ ਜ਼ਿਕਰ ਕੀਤਾ ਹੈ, ਸਾਗਰ ਤਰਿਓ ਬਾਛਰ ਖੋਜ, ਖੇਦ ਨਾ ਪਾਇਓ ਨਹਿ ਫੁਨ ਰੋਜ। ਜਿਸ ਤਰ੍ਹਾਂ ਸੋ ਬਾਰਿਸ਼ ਪੈਂਦੀ ਹੋਵੇ ਤੇ ਕੋਈ ਸੋ ਬੈਲ ਜਿਹੜਾ ਹੈ ਉਹਦਾ ਪੈਰ ਖੁੱਭਿਆ ਹੋਵੇ ਤੇ ਉਹਦੇ 'ਚ ਪਾਣੀ ਭਰਿਆ ਹੋਵੇ ਬਾਰਿਸ਼ ਦਾ, ਉਸ ਰਸਤੇ 'ਤੇ ਬੰਦਾ ਤੁਰਿਆ ਜਾਂਦਾ ਹੈ ਤੇ ਕਦਮ ਭਰ ਕੇ ਜਿਵੇਂ ਲੰਘ ਜਾਂਦਾ ਨਾ ਛੋਟੇ ਜਿਹੇ ਪੈਖੜ ਪੈਰ ਨੂੰ, ਕਹਿੰਦੇ ਇਉਂ ਸੰਸਾਰ ਸਮੁੰਦਰ ਨੂੰ ਤਰ ਜਾਂਦੇ ਨੇ। ਸੋ ਐਸੀ ਬਖਸ਼ਿਸ਼ ਹੋਈ ਹੈ। ਅਪਰ ਉਦਾਰਹਿ ਨਿਜ ਸੰਗਾਰੂ। ਤੋ ਫਿਰ ਜਿੱਥੇ ਆਪ ਤਰਦੇ ਨੇ, ਆਪ ਤਰੇ ਤਾਰੇ ਨ ਸ੍ਰਿਸ਼ਟਾ, ਹੋਰ ਸ੍ਰਿਸ਼ਟੀ ਨੂੰ ਤਾਰਦੇ ਨੇ। ਹੋਰ ਜਿਹੜੇ ਵੀ ਸੰਗੀ ਨੇ ਉਹਨਾਂ ਦਾ ਵੀ ਪਾਰ ਉਤਾਰਾ ਕਰਦੇ ਨੇ। ਤਾਂ ਹੀ ਗੁਰੂ ਨਾਨਕ ਪਾਤਸ਼ਾਹ ਨੇ ਬਚਨ ਕੀਤੇ ਨੇ, ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ। ਉਹਨਾਂ ਦੇ ਮੁਖ ਤਾਂ ਉਜਲੇ ਹੁੰਦੇ ਹੀ ਹੁੰਦੇ ਨੇ। ਕੇਤੀ ਛੁੱਟੀ ਨਾਲ ਕਿਤਨੀ ਸੰਗਤ, ਕਿਤਨੀ ਸ੍ਰਿਸ਼ਟੀ ਉਹਨਾਂ ਦੇ ਨਾਲ ਲੱਗ ਕਰਕੇ ਛੁਟਕਾਰਾ ਪ੍ਰਾਪਤ ਕਰ ਜਾਂਦੀ, ਮੁਕਤ ਹੋ ਜਾਂਦੀ ਹੈ। ਤਿਨ ਕੋ ਮੋਹਿ ਦੇਹੋ ਸਤ ਸੰਗਾ। ਤੇ ਬੇਨਤੀ ਕੀਤੀ, ਮਹਾਰਾਜ ਹੈ ਭਗਵਾਨ ਕਿਰਪਾ ਕਰੋ, ਇਹੋ ਜਿਹੇ ਜਿਹੜੇ ਤੁਹਾਡੇ ਪਿਆਰੇ ਲੋਕ ਨੇ ਉਹਨਾਂ ਦਾ ਸਤਸੰਗ ਮੈਨੂੰ ਬਖਸ਼ੋ ਜੀ। ਤਵ ਗੁਣ ਸੁਨੋ ਗਾਏ ਸੋ ਅਮੰਗਾ। ਤੇ ਉਤਸ਼ਾਹ ਦੇ ਸਹਿਤ ਤੁਹਾਡੇ ਗੁਣਾਂ ਨੂੰ ਮੈਂ ਗਾਵਾਂ, ਤੁਹਾਡੇ ਗਾਉਂਦੇ ਗੁਣਾਂ ਨੂੰ ਮੈਂ ਸਰਵਣ ਕਰਾਂ ਜੀ। ਇਹ ਮਨੀਖਾ ਮੋਹ ਮਨ ਜੇਤੀ। ਤੇ ਮਹਾਰਾਜ ਜਿਤਨੀ ਕੁ ਮਨੀਖਾ ਬੁੱਧੀ ਹੈ ਮੇਰੇ ਮਨ ਵਿੱਚ ਮੈਨੂੰ ਪ੍ਰਾਪਤ ਹੈ, ਵਰਣਨ ਕਰੂੰ ਸੋ ਕੀਰਤ ਤੇਤੀ। ਜਿਤਨੀ ਮੇਰੀ ਬੁੱਧੀ ਉਹਦੇ ਨਾਲ ਮਹਾਰਾਜ ਮੈਂ ਤੁਹਾਡੀ ਕੀਰਤੀ ਜਾਸੀ ਹੀ ਉਚਾਰਦਾ ਰਵਾਂ, ਇਹ ਮੇਰੇ ਤੇ ਕਿਰਪਾ ਕਰੋ। ਬ੍ਰਹਮ ਏਕ ਤੂੰ ਸਭ ਹਿਨ ਮਾਹੀ। ਤੁਸੀਂ ਬ੍ਰਹਮ ਰੂਪ ਹੋ, ਸੋ ਇੱਕ ਹੀ ਸਭਨਾ ਵਿੱਚ ਵਿਆਪਕ ਰੂਪ ਹੋ, ਨਿਰਗੁਣ ਹੋ ਕਰਕੇ। ਸੂਤ ਆਧਾਰ ਮਣਕ ਜਿਉ ਆਹੀ। ਤੇ ਜਿਸ ਤਰੀਕੇ ਦੇ ਨਾਲ ਮਾਲਾ ਦੇ ਮਣਕੇ ਇੱਕ ਸੂਤ ਵਿੱਚ ਪਰੋਏ ਹੁੰਦੇ ਨੇ, ਉਹ ਸੂਤ ਹੀ ਆਸਰਾ ਜਿਹਦੇ ਕਰਕੇ ਉਹ ਮਾਲਾ ਬਣੀ ਹੋਈ ਇਕੱਠੇ ਨੇ। ਇਉਂ ਤੁਸਾਂ ਨੇ ਮਹਾਰਾਜ ਚੇਤਨ ਸੱਤਾ ਦਾ ਸੂਤ ਪਾ ਕੇ ਸਭ ਸ੍ਰਿਸ਼ਟੀ ਨੂੰ ਪਰੋਇਆ ਹੋਇਆ ਮਾਲਾ ਦੇ ਮਣਕਿਆਂ ਵਾਂਗੂ। ਔਰ ਨਾ ਲਖੀ ਜਾਤ ਗਤ ਤੇਰੀ। ਤੇ ਮਹਾਰਾਜ ਇਸ ਤੋਂ ਪਰੇ ਜੋ ਤੁਹਾਡੀ ਗਤੀ ਹੈ, ਮਹਿਮਾ ਹੈ, ਉਹ ਜਾਣੀ ਨਹੀਂ ਜਾਂਦੀ ਹੈ ਜੀ। ਕਿਆ ਵਰਨੋ ਸੂਸਮ ਮਤ ਮੇਰੀ। ਗਰੀਬ ਨਵਾਜ ਮੇਰੀ ਮਤ ਥੋੜੀ, ਸੂਖਮ ਹੈ ਥੋੜੀ ਮਤ ਹੈ, ਮੈਂ ਕੀ ਜਸ ਵਰਣਨ ਕਰਾਂ ਆਪ ਜੀ ਦਾ। ਦਾਸ ਗਿਰਾ ਅਸ ਸੁਨਤ ਕਿਰਪਾਲਾ। ਤਾਂ ਉਹ ਭਗਵਾਨ ਜੋ ਦਇਆ ਦੇ ਘਰ ਹਨ, ਤਰਸ ਆਇਆ ਹੈ। ਇਹ ਸੋ ਧਰੂ ਭਗਤ ਜੀ ਦੀ ਬਾਣੀ ਸੁਣ ਕਰਕੇ ਪਰਮੇਸ਼ਰ ਜੀ ਨੇ ਹਰਖ ਪ੍ਰਸੀਦਤ ਭਏ ਵਿਸਾਲਾ। ਬਹੁਤ ਹੀ ਕਹਿੰਦੇ ਨੇ ਪ੍ਰਸੀਦ ਖੁਸ਼ ਹੋ ਗਏ ਨੇ, ਬੜੀ ਖੁਸ਼ੀ ਹੋਈ ਵਾਹਿਗੁਰੂ ਜੀ ਨੂੰ। ਬੋਲੇ ਹੇ ਨਿਰਪ ਸੁਤ ਸੁਨ ਬਾਣੀ। ਕਹਿਣ ਲੱਗੇ, ਹੇ ਰਾਜਕੁਮਾਰ ਰਾਜਪੁੱਤਰ ਸਾਡੇ ਬਚਨ ਸਰਵਣ ਕਰ। ਤਬ ਅੰਤਰ ਕੀ ਮੈਂ ਸਭ ਜਾਨੀ। ਤੇਰੇ ਅੰਦਰ ਦੀ ਜੋ ਇੱਛਾ ਹੈ ਉਹ ਮੈਂ ਸਾਰੀ ਜਾਣ ਲਈ ਹੈ। ਸੋ ਅਬ ਲਿਹੋ ਪਰਮ ਪਦ ਊਚਾ। ਤਾਂ ਇੰਜ ਕਰੋ, ਹੁਣ ਤੂੰ ਇਤਨੀ ਬੰਦਗੀ ਕੀਤੀ ਹੈ, ਤੂੰ ਘਰੋਂ ਚੱਲਿਆ ਸੀ ਰਾਜ ਦੀ ਇੱਛਾ ਲੈ ਕੇ, ਕਿਸ ਉਦਮ ਤੇ ਰਾਜ ਮਿਲੇ। ਹੁਣ ਇੰਜ ਕਰ, ਤੈਨੂੰ ਕਹਿੰਦੇ ਮਹਾਨ ਰਾਜ ਭਾਗ ਦੀ ਦਾਤ ਬਖਸ਼ਦੇ ਹਾਂ। ਉਹ ਨਹਿ ਜਹ ਸੁਰ ਅਸੁਰ ਪਹੁੰਚਾ। ਹੁਣ ਇਤਨੀ ਤੈਨੂੰ ਉੱਚ ਪਦਵੀ ਬਖਸ਼ਦੇ ਹਾਂ, ਜਿੱਥੇ ਤੱਕ ਨਾ ਕੋਈ ਦੇਵਤਾ, ਨਾ ਕੋਈ ਦੈਂਤ, ਕੋਈ ਤਪਸਵੀ ਜਿੱਥੇ ਤੱਕ ਪਹੁੰਚਾ ਹੀ ਨਹੀਂ ਹੈ। ਸਭ ਤੋਂ ਉੱਚ ਪਦਵੀ ਤੈਨੂੰ ਬਖਸ਼ਦੇ ਹਾਂ। ਮਾਰਤੰਡ ਗ੍ਰਹਿ ਸੋਮ ਨਛਤਰਾ। ਤੋ ਕਹਿੰਦੇ ਮਾਰਤੰਡ ਸੂਰਜ ਜਿਹੜਾ ਹੈ, ਇਸੇ ਤਰ੍ਹਾਂ ਗ੍ਰਹਿ ਜਿਹੜੇ 9 ਗ੍ਰਹਿ ਨੇ ਇਸ ਪ੍ਰਕਾਰ, ਤੇ ਨਛੱਤਰ ਤਾਰੇ ਆਦਿਕ, ਸੱਸ ਜਿਹੜਾ ਚੰਦਰਮਾ ਆਦਿਕ ਹੈ। ਸਭ ਹੈ
ਪ੍ਰਦਰਸ਼ਨ ਕਰਹਿ ਪਵਿੱਤਰਾ। ਤੋ ਤੁਹਾਡੇ ਪਵਿੱਤਰ ਸਰੂਪ ਦੀਆਂ ਸਾਰੇ ਪ੍ਰਕਰਮਾਂ ਕਰਿਆ ਕਰਨਗੇ। ਸੋ ਇਸ ਤਰੀਕੇ ਦੇ ਨਾਲ ਦੱਸਿਆ ਜਾਂਦਾ ਵੀ ਧਰੂ ਜੀ ਦਾ ਜਿਹੜਾ ਧਰੂ ਤਾਰਾ ਮੰਨਿਆ ਜਾਂਦਾ ਹੈ, ਕਹਿੰਦੇ ਵੀ ਸਾਰੇ ਹੀ ਤਾਰਾ ਮੰਡਲ ਉਸ ਦੀ ਪ੍ਰਕਰਮਾ ਕਰਦੇ ਨੇ, ਪਰ ਉਹ ਇੱਕ ਧੁਰੇ ਤੇ ਖੜਾ ਰਹਿੰਦਾ ਹੈ। ਤਪ ਪਿਤ ਤਪ ਹਿਤ ਜਬ ਬਨ ਜਾਈ। ਤੋ ਕਹਿੰਦੇ ਨੇ ਦੇਖ, ਸੋ ਅਗਲਾ ਤੈਨੂੰ ਦੱਸੀਏ ਆਉਣ ਵਾਲਾ ਭਵਿੱਖਤ ਸਮਾਂ। ਕਹਿੰਦੇ ਜਦੋਂ ਤੇਰੇ ਪਿਤਾ ਜੀ ਬਜ਼ੁਰਗ ਹੋ ਕਰਕੇ ਜਦੋਂ ਤਪ ਕਰਨ ਵਾਸਤੇ ਜਾਣਗੇ, ਰਾਜ ਸਮਰਪਹਿ ਤੁਝੇ ਬਨਾਈ। ਉਹ ਸੋਹਣੇ ਤਰੀਕੇ ਦੇ ਨਾਲ ਰਾਜ ਭਾਗ ਦਾ ਤਿਲਕ ਤੈਨੂੰ ਦੇਣਗੇ, ਰਾਜ ਤੈਨੂੰ ਸਮਰਪਣ ਕਰ ਦੇਣਗੇ। 36 ਵਰਖ ਸਹਿਸ ਕਰ ਰਾਜੂ। ਤੂੰ 36,000 ਵਰ੍ਹਾ ਮੁਲਕ ਦਾ ਰਾਜ ਕਰੇਗਾ, ਇਹ ਤੈਨੂੰ ਸੋ ਪ੍ਰਾਪਤੀ ਹੋਏਗੀ। ਕਿਉਂਕਿ ਸਤਯੁਗ ਦੇ ਸਮੇਂ ਵਿੱਚ ਲੱਖ ਵਰ੍ਹਿਆਂ ਦੀ ਆਰਜਾ ਭਾਈ ਗੁਰਦਾਸ ਸਾਹਿਬ ਨੇ ਲਿਖਿਆ। ਸੋ ਲੱਖ ਵਰ੍ਹੇ ਦੀ ਉਮਰ ਲਿਖੀ ਹੈ। ਕਹਿੰਦੇ ਤੂੰ ਹੁਣ ਤਪ ਕੀਤਾ, 36,000 ਵਰ੍ਹਾ ਮੁਲਕ ਦਾ ਰਾਜ ਕਰੇਗਾ। ਪੁਨ ਪਾਵੋ ਨਿਜ ਪਦ ਸੁਖ ਸਾਜੂ। ਤੋ ਸੋਹਣਾ ਕਹਿੰਦੇ ਨੇ ਆਪਣੀ ਪਦਵੀ ਉੱਚੀ ਜਣੀ ਹੈ, ਅਟਲ ਧਰੂ ਅਟਲ ਅਜਹੂ ਨਾ ਟਰਿਓ, ਬਾਣੀ ਦਾ ਫਰਮਾਨ ਹੈ। ਅਟਲ ਪਦਵੀ ਨੂੰ ਪ੍ਰਾਪਤ ਹੋਵੇਗਾ। ਉਤਮ ਨਾਮ ਤੋਹੇ ਜੋ ਭਰਾਤਾ। ਤੇ ਦੇਖ ਜਿਹੜਾ ਤੇਰਾ ਭਰਾ ਉੱਤਮ ਹੈ, ਮਤੇਰ ਮਾਂ ਨੇ ਜਿਸ ਕਰਕੇ ਤੈਨੂੰ ਕੱਢਿਆ ਸੀ ਪਿਓ ਦੀ ਗੋਦ ਚੋਂ, ਮੇਰਾ ਪੁੱਤਰ ਉੱਤਮ ਜਿਹੜਾ ਉਹ ਰਾਜ ਭਾਗ ਤੇ ਬੈਠੂਗਾ। ਉਹ ਤੇਰੇ ਭਰਾ ਦਾ ਤੈਨੂੰ ਦੱਸਦੇ ਕੀ ਹੋਣਾ ਹੈ। ਸਦਾ ਅਖੇਰ ਬਿਰਤ ਮਹਿਰਾਤਾ। ਉਹ ਤੇ ਸਦਾ ਹੀ ਸ਼ਿਕਾਰ ਕਰਦਾ, ਸ਼ਿਕਾਰ ਬਿਰਤੀ ਵਿੱਚ ਰੰਗਿਆ ਹੋਇਆ ਹੈ। ਸੋ ਬਨ ਮਹਿ ਹੋਵਤ ਹੱਥ ਪ੍ਰਾਨ ਹੈ। ਉਹ ਜੰਗਲ 'ਚ ਸ਼ਿਕਾਰ ਨੂੰ ਜਾਏਗਾ ਤੇ ਉਹਨੇ ਉੱਥੇ ਹੀ ਮਾਰਿਆ ਜਾਣਾ ਹੈ। ਭੋਜਨ ਹਿਤ ਤੇ ਮਾਤ ਪਿਆਨ ਹੈ। ਤੇ ਉਹਦੀ ਜਿਹੜੀ ਮਾਂ ਹੈ, ਇਸ ਪਰ ਜਿੰਨੇ ਇਸ ਪ੍ਰਕਾਰ ਤੇਰੀ ਬੇਅਦਬੀ ਕਰੀ ਹੈ, ਉਹ ਕਹਿੰਦੇ ਆਪਣੇ ਪੁੱਤਰ ਨੂੰ ਲੱਭਣ ਵਾਸਤੇ ਜਾਵੇਗੀ। ਸੋ ਦਾਵਾ ਨਲ ਮਹਿ ਜਰ ਜਾਈ। ਤੇ ਉੱਥੇ ਜੰਗਲ ਵਿੱਚ ਅੱਗ ਲੱਗੀ ਹੋਊਗੀ, ਉਸ ਲੱਗ ਵਿੱਚ ਅੱਗ ਦੀ ਆ ਕੇ ਲਪੇਟ ਵਿੱਚ ਉਹ ਮਰ ਜਾਵੇਗੀ। ਸਰਬ ਰਾਜ ਤੁਮ ਕਰੋ ਬਨਾਈ। ਤੇ ਸਾਰਾ ਰਾਜ ਭਾਗ ਤੂੰ ਹੀ ਕਰੇਗਾ, ਕਿਉਂਕਿ ਤੇਰੀ ਇੱਛਾ ਸੀ। ਤੂੰ ਤੇਰੀ ਮਾਂ ਨੇ ਪ੍ਰੇਰਨਾ ਕੀਤੀ, ਤੋ ਤੂੰ ਤਪ ਕੀਤਾ, ਤਪੋ ਤੈਨੂੰ ਰਾਜ ਬਖਸ਼ਦੇ ਹਾਂ। ਮਮ ਹਿਤ ਮਖ ਕਰੀਏ ਹਿਤ ਲਾਈ। ਪਰ ਰਾਜ ਤੇ ਬੈਠ ਕਰਕੇ ਭੁੱਲਣਾ ਨਹੀਂ। ਉਸ ਸਮੇਂ ਧਰਮ ਦਾ ਕਰਮ ਇਹੋ ਸੀ। ਕਹਿੰਦੇ ਤੁਸੀਂ ਮੇਰੇ ਵਾਸਤੇ ਸੋ ਜੱਗ ਕਰਿਆ ਕਰਨੇ ਹਨ। ਉਹਨਾਂ ਸਮਿਆਂ ਦੇ ਵਿੱਚ ਇਹ ਧਰਮ ਦਾ ਕਰਮ ਜੱਗ ਕਰਨਾ ਸੀ। ਸਿਮਰਨ ਕਰੋ ਸਦਾ ਸੁਖ ਪਾਈ। ਪਰ ਸਿਮਰਨ ਨਹੀਂ ਛੱਡਣਾ, ਸਦਾ ਵਾਸਤੇ ਸਿਮਰਨ ਕਰਦੇ ਰਹੋ, ਸੁਖ ਪ੍ਰਾਪਤ ਕਰੋਗੇ। ਉੱਚੋ ਪਦ ਅਸ ਲਿਹੋ ਬਹੋਰੀ। ਇਹ ਮਹਾਨ ਕਹਿੰਦੇ ਨੇ ਉੱਚੀ ਪਦਵੀ ਜਿਹੜੀ ਹੈ, ਫਿਰ ਤੁਸੀਂ ਪ੍ਰਾਪਤ ਕਰੋਗੇ। ਜਿਹ ਕੋ ਬੰਦ ਹੈ ਸਭ ਕਰ ਜੋਰੀ। ਤਾਂ ਜਿਸ ਦੇ ਤਾਈਂ ਹੱਥ ਜੋੜ ਜੋੜ ਕਰਕੇ ਜਿਸ ਨੂੰ ਨਮਸਕਾਰਾਂ ਸਾਰੇ ਕਰਦੇ ਹਨ। ਮਮ ਆਇਸ ਗਮਨੋ ਪੁਰ ਮਾਹੀ। ਹੁਣ ਮੇਰੀ ਆਗਿਆ ਹੈ, ਹੁਣ ਤੂੰ ਪੁਰੀ ਵਿੱਚ ਚਲਾ ਜਾ, ਹੁਣ ਤੈਨੂੰ ਤਪ ਕਰਨ ਦੀ ਲੋੜ ਨਹੀਂ। ਹੁਣ ਤੂੰ ਆਪਣੀ ਨਗਰੀ ਵਿੱਚ ਆਪਣੇ ਪਿਤਾ ਪਾਸ ਚਲਾ ਜਾ। ਮਾਤ ਪਿਤਾ ਹਿਰਦੇ ਬਹੁ ਚਾਹੀ। ਕਿਉਂਕਿ ਹੁਣ ਤੇਰੇ ਮਾਤਾ ਪਿਤਾ ਜਿਹੜੇ ਨੇ ਹੁਣ ਸਾਰੇ ਹੀ ਜਣੇ ਨੇ ਇੱਛਾ ਕਰਦੇ, ਚਾਹੁੰਦੇ ਹਨ ਤੈਨੂੰ। ਅਸ ਕਹਿ ਸ੍ਰੀ ਭਗਵੰਤ ਗੁਸਾਈ। ਇਉਂ ਸੁਆਮੀ ਪਰਮੇਸ਼ਵਰ ਜੀ ਨੇ ਇਉਂ ਸੋ ਕਹਿ ਦਿੱਤਾ ਭਗਤ ਨੂੰ, ਜਦੋਂ ਅੰਤਰ ਧਿਆਨ ਭਏ ਤਿਹ ਥਾਈ। ਇਹੋ ਬਚਨ ਬਿਲਾਸ ਕਰਕੇ ਭਗਵਾਨ ਜੀ ਅਲੋਪ ਹੋ ਗਏ ਉਥੋਂ। ਜੇ ਕੇ ਦਰਸ਼ਨ ਦੋਖ ਨਸਾਈ। ਜਿਸ ਪਰਮੇਸ਼ਵਰ ਜੀ ਦੇ ਦਰਸ਼ਨ ਕਰਕੇ ਦੋਖ ਨਸਾਈ ਨਸ ਜਾਂਦੇ ਹਨ, ਦੂਰ ਹੋ ਜਾਂਦੇ ਦੋਸ਼ ਸਾਰੇ। ਸੇਵਹੁ ਚਰਨ ਕਮਲ ਹਿਤ ਲਾਈ। ਤੋ ਕਹਿੰਦੇ ਨੇ ਇਸ ਤਰ੍ਹਾਂ ਤੁਸੀਂ ਸੋ ਪਰਮੇਸ਼ਵਰ ਦੇ ਚਰਨਾਂ ਕਮਲਾਂ ਦੇ ਪ੍ਰੇਮ ਲਾ ਕਰਕੇ ਕਹਿੰਦੇ ਉਸ ਦੀ ਸੇਵਾ ਕਰਿਆ ਕਰੋ। ਦੋਹਰਾ ਸ੍ਰੀ ਗੁਰ ਪਗ ਸਾਗਰ ਆਨੰਦ। ਧੰਨ ਕਵੀ ਜੀ ਇੱਥੇ ਪ੍ਰਸੰਗ ਪੂਰਾ ਕਰਕੇ ਨਵਾਂ ਪ੍ਰਸੰਗ ਸ਼ੁਰੂ ਕਰਦੇ ਨੇ, ਔਰ ਫਿਰ ਸਤਿਗੁਰੂ ਜੀ ਦੇ ਚਰਨਾਂ ਦਾ ਮੰਗਲਾਚਰਨ ਕਰਦੇ ਹਨ ਪ੍ਰਸੰਗ ਨਵਾਂ ਆਰੰਭ ਕਰਨ ਤੋਂ ਪਹਿਲਾਂ। ਉਹ ਕਹਿੰਦੇ ਧੰਨ ਮੇਰੇ ਸ਼੍ਰੋਮਣੀ ਧੰਨ ਗੁਰੂ ਨਾਨਕ ਮਹਾਰਾਜ ਦੇ ਚਰਨ ਜਿਹੜੇ ਇਹ ਤੇ ਆਨੰਦ ਦਾ ਸਮੁੰਦਰ ਹਨ। ਮਨ ਨਿਜ ਮੀਨ ਬਣਾਓ। ਆਪਣੇ ਮਨ ਨੂੰ ਸੋ ਮੈਂ ਕਹਿੰਦੇ ਇਸ ਆਨੰਦ ਦੇ ਸਮੁੰਦਰ ਦਾ ਮੀਨ ਮੱਛ ਬਣਾਉਂਦਾ ਹਾਂ। ਕਹੋ ਕਥਾ ਪਾਵਨ ਪਰਮ। ਤੋ ਮਹਾਨ ਪਵਿੱਤਰ ਗੁਰੂ ਨਾਨਕ ਸਾਹਿਬ ਦੀ ਪਵਿੱਤਰ ਕਥਾ ਨੂੰ ਮੈਂ ਕਹਿੰਦਾ ਹਾਂ। ਸੁਨ ਸਰੋਤਾ ਸੁਖ ਪਾਉ। ਸਰੋਤੇ ਜਨੋ ਕਹਿੰਦੇ ਸੁਣ ਕਰਕੇ ਸੁਖ ਦੀ ਪ੍ਰਾਪਤੀ ਕਰੋ ਜੀ। ਸ੍ਰੀ ਬਾਲਾ ਸੰਦਰ ਵਾਚ। ਬਾਲਾ ਜੀ ਸੰਧੂ ਗੋਤ ਵਾਲੇ ਆਵਾਜ਼ ਕਥਨ ਕਰਦੇ ਹਨ। ਚਉਪਈ ਸ੍ਰੀ ਅੰਗਦ ਜੀ ਸੁਨ ਇਤਿਹਾਸਾ। ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਅੰਗਦ
ਅੰਗਦ ਦੇਵ ਸਾਹਿਬ ਮਹਾਰਾਜ। ਇਤਿਹਾਸ ਸੁਣੋ ਮਹਾਰਾਜ ਜੀ। ਮਰਦਾਨੇ ਸੋ ਗੁਰੂ ਪ੍ਰਕਾਸ਼ਾ, ਸਾਹਿਬ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨਾ ਜੀ ਨੇ ਉਹ ਪ੍ਰਕਾਸ਼ ਬਚਨ ਕੀਤਾ। ਕਹਿਣ ਲੱਗੇ ਪੁਨ ਦੀਨ ਦਇਆਲਾ, ਗਰੀਬਾਂ ਤੇ ਦਇਆ ਕਰਨ ਵਾਲੇ ਗੁਰੂ ਨਾਨਕ ਸਾਹਿਬ ਜੀ ਬਚਨ ਕਹਿੰਦੇ ਹਨ। ਧਰੂਪੁਰ ਕੋ ਗਮਨਿਓ ਤਿਹ ਕਾਲਾ, ਉਸ ਵੇਲੇ ਧਰੂ ਦੀ ਪੁਰੀ ਨੂੰ ਚੱਲੇ ਹਨ। ਜਿਸ ਵੇਲੇ ਪ੍ਰਹਲਾਦ ਤੋਂ ਸਾਰਾ ਪ੍ਰਸੰਗ ਸੁਣ ਕਰਕੇ ਅਗਲੀ ਗੱਲ ਕੀਤੀ ਹੈ ਤੇ ਮਹਾਰਾਜ ਕਹਿੰਦੇ ਨੇ ਇਸ ਪ੍ਰਕਾਰ ਵੀ ਅੱਗੇ ਚੱਲਣਾ ਹੈ। ਤੇ ਜਦੋਂ ਧਰੂ ਦਾ ਨਾਮ ਲਿਆ ਤੇ ਮਰਦਾਨੇ ਨੇ ਕਥਾ ਪੁੱਛੀ ਸੀ, ਇਹ ਕਥਾ ਹੁਣ ਧਰੂ ਦੀ ਪੁਰੀ ਵਿੱਚ ਚੱਲੇ ਹਨ। ਸੁਨਿਓ ਉਤਾਨ ਪਾਦ ਸੁਤ ਆਵਨ, ਤੋ ਜਿਸ ਵੇਲੇ ਇਹ ਧਰੂ ਜੀ ਦੇ ਪਿਤਾ ਜੀ ਦਾ ਨਾਮ ਉਤਾਨਪਾਦ ਸੀ, ਪਿੱਛੇ ਜ਼ਿਕਰ ਆ ਚੁੱਕਾ ਹੈ। ਤੋ ਉਤਾਨਪਾਦ ਰਾਜਾ ਜਿਹੜਾ ਸੀ, ਸੋ ਜਿਸ ਵੇਲੇ ਧਰੂ ਜੀ ਇਹ ਬੰਦਗੀ ਕਰਕੇ ਜਾ ਰਹੇ ਨੇ ਘਰ ਵੱਲ ਨੂੰ, ਉਹਦੇ ਪਿਤਾ ਜੀ ਨੇ ਜਦੋਂ ਇਹ ਸੁਣਿਆ, ਖਬਰ ਸੁਣੀ ਕਿ ਮੇਰਾ ਪੁੱਤਰ ਭਗਤੀ ਤਪ ਕਰਕੇ ਆ ਰਿਹਾ ਹੈ, ਅਮਿਤ ਭਇਓ ਮਨ ਮੈਂ ਹਰਖਾਵਨ, ਤਾਂ ਬਹੁਤ ਭਾਰੀ ਮਨ ਵਿੱਚ ਖੁਸ਼ ਹੋਇਆ ਹੈ। ਜਿਨ ਦਿਜਵਰ ਸੁਧ ਆਨ ਸੁਨਾਈ, ਜਿਸ ਪੰਡਤ ਬ੍ਰਾਹਮਣ ਜੀ ਨੇ ਆ ਕੇ ਖਬਰ ਦਿੱਤੀ ਹੈ, ਪਹਿਲਾਂ ਸੁਣਾਈ ਹੈ ਵੀ ਤੇਰੇ ਪੁੱਤਰ ਧਰੂ ਜੀ ਆ ਰਹੇ ਨੇ ਭਗਤੀ ਕਰਕੇ, ਪਟ ਭੂਖਨ ਰਥ ਦੀਨ ਬਨਾਈ, ਬੜੇ ਗਹਿਣੇ ਬੜੇ ਇਸ ਪ੍ਰਕਾਰ ਸੋ ਬਸਤਰ ਤੇ ਰਥ ਆਦਿਕ ਬਣਾ ਕਰਕੇ ਉਸ ਨੂੰ ਖੁਸ਼ੀ ਵਿੱਚ ਇਨਾਮ ਦਿੱਤਾ ਹੈ। ਤਬ ਪਵਾਲ ਤਿਹ ਲੈ ਕਰ ਸੰਗਾ, ਤਾਂ ਕਹਿੰਦੇ ਉਸ ਨੂੰ ਨਾਲ ਲਿਆ ਵੀ ਕਿੱਧਰੋਂ ਆ ਰਿਹਾ ਮੇਰਾ ਪੁੱਤਰ, ਇਉਂ ਕਹਿੰਦੇ ਉਸ ਨੂੰ ਨਾਲ ਲੈ ਕਰਕੇ ਰਾਜੇ ਨੇ ਗਮਨਿਓ ਆਗੇ ਸਹਿਤ ਉਮੰਗਾ, ਅੱਗੋਂ ਲੈਣ ਵਾਸਤੇ ਬੜੇ ਚਾਅ ਉਤਸ਼ਾਹ ਦੇ ਨਾਲ ਚੱਲ ਪਿਆ ਹੈ। ਦੁੰਦਬ ਬੇਣਾ ਭੇਰ ਬਨਾਈ, ਬੜੇ ਧੌਂਸੇ ਨਗਾਰੇ ਭੇਰੀਆਂ ਸ਼ਹਿਨਾਈਆਂ ਇਉਂ ਕਹਿੰਦੇ ਨੇ ਖੁਸ਼ੀ ਦੇ ਬਾਜੇ ਵਜਾ ਕਰਕੇ ਚੱਲਿਆ ਹੈ। ਵੇਦ ਪਾਠ ਦਿਜ ਕਰਤ ਸੁਹਾਈ, ਤੇ ਨਾਲ ਜਿਹੜੇ ਨੇ ਬ੍ਰਾਹਮਣ ਲੋਕ ਵੇਦਾਂ ਦੇ ਸ਼ਲੋਕ ਪੜ੍ਹਦੇ, ਵੇਦਾਂ ਦਾ ਪਾਠ ਕਰਦੇ ਜਾ ਰਹੇ ਹਨ। ਸਰੁਚ ਸੁਨੀਤੀ ਜੁਗ ਨ੍ਰਿਪ ਨਾਰੀ, ਦੋਨੋਂ ਹੀ ਰਾਜੇ ਦੀਆਂ ਜਿਹੜੀਆਂ ਰਾਣੀਆਂ ਸਨ, ਸੋ ਸੁਨੀਤੀ ਤੇ ਸੁਰੁਚੀ ਇਹ ਵੀ ਨਾਲ ਚੱਲੀਆਂ ਹਨ ਰਾਜੇ ਦੇ। ਸੇਵਕਾ ਪਰ ਚੜ ਚੱਲੀ ਅਗਾਰੀ, ਸੁਖ ਪਾਲਕੀ ਤੇ ਸਵਾਰ ਹੋ ਕਰਕੇ ਇਹ ਵੀ ਚੱਲੀਆਂ ਨੇ। ਸੋ ਇਹ ਤਪ ਦਾ ਫਲ ਹੈ। ਉਸੇ ਘਰ ਚੋਂ ਧੱਕੇ ਮਾਰ ਕੇ ਕੱਢਿਆ ਸੀ ਤੇ ਰੋਂਦੇ ਦੇ ਅਥਰੂ ਕਿਸੇ ਨਹੀਂ ਪੂੰਝੇ। ਪਰ ਜੇ ਪਰਮੇਸ਼ਵਰ ਦਾ ਨਾਮ ਜਪਿਆ, ਹੁਣ ਉਹੀ ਤਰਲੇ ਲੈਂਦੇ ਨੇ, ਚਲੋ ਉਹਦਾ ਦਰਸ਼ਨ ਕਰੀਏ ਕਿਹੋ ਜਿਹਾ ਸਾਡਾ ਬੱਚਾ। ਤੇ ਇਹ ਮੇਰੇ ਸਤਿਗੁਰੂ ਦੇ ਸਿਮਰਨ ਦੀਆਂ ਬਰਕਤਾਂ ਹਨ। ਨ੍ਰਿਪ ਸੁਤ ਉੱਤਮ ਲੋਕ ਵਿਸਾਲਾ, ਤੋ ਜਿਹੜਾ ਇਸ ਪ੍ਰਕਾਰ ਜਿਹੜਾ ਰਾਜੇ ਦਾ ਪੁੱਤਰ ਉੱਤਮ ਸੀ, ਉਹ ਵੀ ਸੋਹਣਾ ਚੱਲਿਆ ਨਾਲ। ਗਏ ਲੈਨ ਹਿਤ ਸਭ ਤਤਕਾਲਾ, ਝੱਟ ਸਾਰਾ ਹੀ ਪਰਿਵਾਰ ਜਿਹੜਾ ਨਾ ਅਮੀਰਾਂ ਵਜ਼ੀਰਾਂ ਦੇ ਸਮੇਤ ਹੋ ਕਰਕੇ ਸੋ ਲੈਣ ਵਾਸਤੇ ਅੱਗੋਂ ਚੱਲੇ ਹਨ। ਵਿਖਿਓ ਉਤਾਨ ਪਾਦ ਸੁਤ ਬਦਨਾ, ਜਦੋਂ ਕਹਿੰਦੇ ਨੇ ਸੋ ਇਸ ਤਰ੍ਹਾਂ ਤੁਰੇ ਆਉਂਦੇ ਨੇ, ਆਪਣੇ ਧਰੂ ਸੁਪੁੱਤਰ ਦਾ ਮੁਖ ਦੇਖਿਆ ਹੈ ਪਿਤਾ ਉਤਾਨਪਾਦ ਰਾਜੇ ਨੇ। ਕਮਲ ਪ੍ਰਫੁੱਲਤ ਜਯੋ ਸੁਖ ਸਦਨਾ, ਤੋ ਭਾਵੇਂ ਜਿਵੇਂ ਕਮਲ ਦੀ ਨਿਆਈ ਜਿਵੇਂ ਕਮਲ ਖਿੜਿਆ, ਇਉਂ ਨੇਤਰ ਖਿੜ ਗਏ ਹਨ। ਮਨ ਵਿੱਚ ਮਹਾਨ ਖੁਸ਼ੀ ਹੋਈ ਹੈ ਇਸ ਦੇ ਦੇਖ ਕੇ। ਇਹ ਛਿਨ ਰਥ ਤੇ ਉਤਰ ਤੁਰੰਤਾ, ਝੱਟ ਕਹਿੰਦੇ ਆਪਣੇ ਰਥ ਤੋਂ ਉਤਰਿਆ ਹੈ ਰਾਜਾ। ਬੰਦਤ ਗਰ ਲਾਇਓ ਮਤਵੰਤਾ, ਜਦੋਂ ਭੱਜ ਕਰਕੇ ਧਰੂ ਜੀ ਚਰਨਾਂ ਤੇ ਨਮਸਕਾਰ ਕਰਨ ਲੱਗੇ ਤੇ ਉਸ ਨੂੰ ਪਕੜ ਕਰਕੇ ਗਲਵਕੜੀ ਚ ਲਿਆ ਹੈ ਪਿਤਾ ਨੇ। ਬਿਹਬਲ ਹੋਏ ਉਤਕੰਠਾ ਭੂਰੀ, ਤੋ ਬੜਾ ਭਾਰੀ ਕਹਿੰਦੇ ਨੇ ਹਿਰਦੇ ਦਾ ਉਤਸ਼ਾਹ ਜਾਗਿਆ। ਬੇਬਲ ਵਿਆਕੁਲ ਹੋ ਕਰਕੇ ਬਹੁਤ ਖੁਸ਼ੀ ਦੇ ਨਾਲ ਕਹਿੰਦੇ ਨੇ ਇਉਂ ਪਿਆਰ ਕੀਤਾ ਹੈ। ਕੀਨ ਅਲਿੰਗਨ ਗਰ ਰਹਿ ਪੂਰੀ, ਤੋ ਕਹਿੰਦੇ ਨੇ ਫਿਰ ਗਲਾ ਭਰ ਗਿਆ, ਬਚਨ ਨਹੀਂ ਹੁੰਦਾ ਹੈ। ਤੇ ਇਸ ਤਰੀਕੇ ਦੇ ਨਾਲ ਸੋ ਪੁੱਤਰ ਦਾ ਮੱਥਾ ਚੁੰਮਿਆ ਹੈ, ਸਿਰ ਪਲੋਸਿਆ ਹੈ। ਮਸਤਕ ਚੂਮਤ ਕਰ ਕਹਿ ਕੋ ਫੇਰਤ, ਤੋ ਇਸ ਪ੍ਰਕਾਰ ਆਪਣਾ ਹੱਥ ਸਿਰ ਤੇ ਫੇਰਦਾ ਹੈ, ਮੱਥਾ ਚੁੰਮਦਾ ਹੈ, ਬੜਾ ਪ੍ਰੇਮ ਕਰਦਾ ਹੈ। ਲੋਚਨ ਤੇ ਆਸੁਨ ਕੋ ਗੇਰਤ, ਤੋ ਹੁਣ ਇਹਦੇ ਸਾਹਮਣੇ ਸਾਰਾ ਨਕਸ਼ਾ ਪਹਿਲਾਂ ਵੀ ਹੈ। ਤੋ ਇਉਂ ਪਿਆਰ ਦੇ ਵਿੱਚ ਤੇ ਵਿਰਾਗ ਦੇ ਵਿੱਚ ਸੋ ਪਿਆਰ ਦੇ ਆਂਸੂ ਗੇਰ ਰਿਹਾ ਹੈ ਪਿਤਾ ਜਿਹੜਾ ਹੈ ਪੁੱਤਰ ਨੂੰ ਵੇਖ ਕੇ। 300 ਸੁਤ ਕੋ ਮਨਹੁ ਨਹਾਵਨਾ, ਤੋ ਮਾਨੋ ਕਿ ਆਪਣੇ ਨੇਤਰਾਂ ਦੇ ਜਲ ਦੇ ਨਾਲ ਜੋ ਅਥਰੂ ਗਿਰੇ ਨੇ ਪੁੱਤਰ ਨੂੰ ਨਵਾ ਦਿੱਤਾ ਹੈ। ਮਦਰ ਬਚਨ ਕਹਿ ਬਹੁ ਸਨਮਾਨਾ, ਬੜੇ ਮਿੱਠੇ ਬਚਨ ਕਹਿ ਕਰਕੇ ਬੜਾ ਸਤਿਕਾਰ ਕੀਤਾ ਹੈ ਧਰੂ ਜੀ ਦਾ। ਪੁਨ ਦੋ ਮਾਤ ਮਿਲੀ ਤਿਹ ਆਈ, ਉਸ ਤੋਂ ਬਾਅਦ ਦੋਨੋਂ ਮਾਤਾਵਾਂ ਆਣ ਕੇ ਮਿਲੀਆਂ ਹਨ। ਧਰੂ
ਬੰਧਨ ਕੀਨੀ ਸਿਰ ਨਿਆਈ। ਤੋ ਇਸ ਪ੍ਰਕਾਰ ਧਰੂ ਨੇ ਦੋਨਾਂ ਮਾਤਾਵਾਂ ਨੂੰ ਸੀਸ ਨਵਾ ਕੇ ਨਮਸਕਾਰ ਕੀਤੀ ਹੈ। ਚਰਨਜੀਵ ਦੇ ਅਸਿਖ ਤਬ ਹੀ। ਤੋ ਦੋਨਾਂ ਮਾਤਾਵਾਂ ਨੇ ਅਸੀਸਾਂ ਦਿੱਤੀਆਂ ਨੇ ਕਿ ਚਿਰੰਜੀਵੀ ਹੋ, ਲੰਬੀ ਉਮਰ ਵਾਲਾ ਹੋਵੇ ਪੁੱਤਰ ਸਾਡਾ। ਗਰ ਸੋ ਲਾਏ ਪਾਏ ਸੁਖ ਤਬ ਹੀ। ਤੋ ਗਲੇ ਨਾਲ ਲਾ ਕਰਕੇ ਬੜਾ ਸੁਖ ਪ੍ਰਾਪਤ ਕੀਤਾ, ਬੜਾ ਪਿਆਰ ਕੀਤਾ ਹੈ। ਉਤਮ ਭਰਾਤ ਮਿਲਿਓ ਤਬ ਗਰ ਸੋ। ਤੋ ਕਹਿੰਦੇ ਇੰਨੇ ਨੂੰ ਫਿਰ ਜਿਹੜਾ ਦੂਸਰਾ ਭਰਾਤਾ ਸੀ ਉਤਮ, ਉਹ ਵੀ ਆਣ ਕੇ ਮਿਲਿਆ, ਗਲ ਨਾਲ ਲੱਗ ਕਰਕੇ ਮਿਲਿਆ ਹੈ। ਪ੍ਰੇਮ ਵਿਸਾਲ ਭਰਿਓ ਸੁਭ ਉਰਸੋਂ। ਤੋ ਬੜਾ ਭਾਰੀ ਹਿਰਦੇ ਦੇ ਵਿੱਚ ਪ੍ਰੇਮ ਭਰਿਆ ਹੋਇਆ ਹੈ। ਕਰਨੀ ਪਰ ਚੜਾਏ ਸੁਤ ਦੋਈ। ਦੋਨਾਂ ਪੁੱਤਰਾਂ ਨੂੰ ਸੋਹਣੀ ਹਥਣੀ ਤੇ ਸਵਾਰ ਕਰਕੇ ਰਾਜਾ ਲੈ ਕੇ ਚੱਲਿਆ ਹੈ ਨਗਰੀ ਨੂੰ। ਪੁਰ ਆਇਓ ਅਤ ਉਤਸਵ ਹੋਈ। ਤੋ ਜਿਸਲੇ ਪੁਰੀ ਦੇ ਵਿੱਚ ਆਏ ਨੇ ਬਹੁਤ ਭਾਰੀ ਉਤਸ਼ਾਹ ਹੋਇਆ ਹੈ ਜੀ। ਭੂਪਤ ਪਾਠ ਨਰ ਉਚਵੈ ਬਚਨਾ। ਤੋ ਕਹਿੰਦੇ ਨੇ ਰਾਜੇ ਨੇ ਆਪਣੇ ਬੰਦਿਆਂ ਨੂੰ, ਨੌਕਰਾਂ ਨੂੰ ਭੇਜ ਕਰਕੇ ਇਉਂ ਲੋਕਾਂ ਨੂੰ ਸੋ ਇਸ ਪ੍ਰਕਾਰ ਹੁਕਮ ਕੀਤਾ ਹੈ ਨਗਰੀ ਵਿੱਚ। ਦਰ ਦਰ ਪ੍ਰਤ ਕੀਜੇ ਸੁਠ ਰਚਨਾ। ਕਹਿੰਦੇ ਭਾਈ ਜਿਹੜਾ ਜਿਹੜਾ ਰਸਤਿਆਂ ਤੋਂ ਲੰਘਣਾ ਹੈ ਉਹ ਸਾਰਾ ਸਵਾਰੋ, ਸਾਫ ਸੁਥਰਾ ਕਰੋ, ਸ਼ਿੰਗਾਰ ਕਰੋ, ਸੋਹਣੀ ਰਚਨਾ ਬਣਾਓ। ਸਭ ਹਿਨ ਕਦਲੀ ਖੰਭ ਲਗਾਏ। ਸੋਹਣੀਆਂ ਸਜਾਵਟਾਂ ਲਾਓ। ਕਹਿੰਦੇ ਨੇ ਲੋਕਾਂ ਨੇ ਆਪਣੇ ਘਰਾਂ ਦੇ ਦਰਵਾਜ਼ਿਆਂ ਦੇ ਮੂਹਰੇ ਸੋ ਇਸ ਪ੍ਰਕਾਰ ਕੇਲੇ ਦੇ ਜਿਹੜੇ ਬੂਟੇ ਨੇ ਉਹਨਾਂ ਦੇ ਥੰਮੇ ਲਿਆਣ ਕੇ ਘਰਾਂ ਦੇ ਮੂਹਰੇ ਲਾਏ ਨੇ ਖੁਸ਼ੀ ਨਾਲ। ਮੁਕਤਾ ਤੋਰਨ ਦਰ ਬੰਦਵਾਏ। ਤੋ ਸੋਹਣੇ ਕਹਿੰਦੇ ਨੇ ਦਰਵਾਜ਼ਿਆਂ ਦੇ ਉੱਤੇ ਮੋਤੀਆਂ ਦੀਆਂ ਲੜੀਆਂ ਜਿਹੜੀਆਂ ਉਹ ਲਾ ਦਿੱਤੀਆਂ ਹਨ। ਕੁੰਕਮ ਲੀਪ ਕੁੰਭ ਭਰ ਪਾਣੀ। ਪਾਣੀ ਦੇ ਘੜੇ ਭਰ ਕੇ ਰੱਖੇ ਹਨ। ਇਸ ਪ੍ਰਕਾਰ ਕੇਸਰ ਜਿਹੜਾ ਹੈ ਉਹ ਲਿਪਿਆ ਹੈ ਦਰਵਾਜ਼ਿਆਂ ਤੇ। ਚੰਦਨ ਗੰਧ ਗਰੀ ਸਿਰਕਾਨੀ। ਗਲੀਆਂ ਦੇ ਵਿੱਚ ਕਹਿੰਦੇ ਨੇ ਚੰਦਨ ਦੀਆਂ ਸੁਗੰਧੀਆਂ ਛਿੜਕ ਦਿੱਤੀਆਂ ਹਨ। ਕੰਚਨ ਥਾਰ ਬਾਰ ਵਿੱਚ ਦੀਪਾ। ਤੋ ਕਹਿੰਦੇ ਸੋਨੇ ਦਾ ਥਾਲ ਹੈ, ਉਹਦੇ ਵਿੱਚ ਦੀਵੇ ਵਾਲੇ ਹਨ। ਦਵਾਰ ਦਿਖਾਏ ਖਰੀ ਅਵਨੀਪਾ। ਤੋ ਇਸ ਪ੍ਰਕਾਰ ਖੜੀਆਂ ਹੋ ਕਰਕੇ ਬੀਬੀਆਂ ਰਾਜੇ ਨੂੰ ਦਿਖਾਉਂਦੀਆਂ ਨੇ, ਖੁਸ਼ੀ ਦਾ ਇਜ਼ਹਾਰ ਕਰਦੀਆਂ ਹਨ। ਗਾਵਹਿ ਗੀਤ ਮਿਲੀ ਪਿਕ ਬੈਨੀ। ਸੋਹਣੇ ਸੁਰੀਲੇ ਗਲੇ ਦੇ ਨਾਲ ਬੀਬੀਆਂ ਸੋ ਕਹਿੰਦੇ ਨੇ ਕੋਇਲ ਵਰਗੇ ਗਲੇ ਦੇ ਨਾਲ ਸੋਹਣੇ ਗੀਤ ਗਾਉਂਦੀਆਂ ਖੁਸ਼ੀ ਦੇ। ਭਾਂਤ ਭਾਂਤ ਕੇ ਖੰਜਨ ਨੈਣੀ। ਤੋ ਇਸ ਪ੍ਰਕਾਰ ਭਾਂਤ ਭਾਂਤ ਦੇ ਇਸ ਪ੍ਰਕਾਰ ਗੀਤ ਗਾਏ ਹਨ ਸਭਨਾਂ ਨੇ। ਭਾਂਤ ਭਾਂਤ ਕੇ ਖੰਜਨ ਨੈਣੀ। ਮਮੋਲੇ ਵਰਗੀਆਂ ਅੱਖਾਂ ਵਾਲੀਆਂ ਬੀਬੀਆਂ ਨੇ ਭਾਂਤ ਭਾਂਤ ਦੇ ਗੀਤ ਗਾਏ ਹਨ। ਸੁਨਤ ਉਤਾਨ ਪਾਦ ਗ੍ਰਹਿ ਗਵਨਾ। ਤੋ ਇਉਂ ਸੋ ਗਲੀਆਂ ਦੇ ਵਿੱਚ ਬਾਜ਼ਾਰਾਂ ਦੀ ਲੰਘਦਾ ਹੋਇਆ ਰਾਜਾ ਇਹੋ ਜਿਹੇ ਸੁੰਦਰ ਗੀਤ ਗਾਉਂਦਾ, ਸੋਹਣੀਆਂ ਸਜਾਵਟਾਂ ਨੂੰ ਵੇਖਦਾ ਹੋਇਆ ਪੁੱਤਰ ਨੂੰ ਨਾਲ ਲੈ ਕਰਕੇ ਆਪਣੇ ਮਹਿਲਾਂ ਤੱਕ ਗਿਆ ਹੈ। ਕੰਚਨ ਮਨ ਜਟਤੀ ਜਹ ਰਵਨਾ। ਤੋ ਜਿੱਥੇ ਹੁਣ ਮਹਿਲਾਂ ਦੇ ਵਿੱਚ ਸੋ ਕਹਿੰਦੇ ਬੜੀ ਭਾਰੀ ਸੋ ਜੜਤ ਹੋਈ ਹੋਈ ਹੈ ਸੋਨੇ ਦੇ ਵਿੱਚ। ਅਟਾ ਫਟਕ ਕੀ ਹਾਟਕ ਕਲਸਾ। ਤੋ ਕਹਿੰਦੇ ਨੇ ਸੋਨੇ ਦੇ ਕਲਸ ਹਨ, ਅਟਾਰੀਆਂ ਜੜੀਆਂ ਬਣਾਈਆਂ ਸੋਹਣੀਆਂ ਸ਼ੀਸ਼ੇ ਦੀਆਂ ਬਣਾਈਆਂ ਹੋਣੇ, ਰਾਜੇ ਦੇ ਮਹਿਲਾਂ ਦੀ ਰਚਨਾ ਹੈ। ਬੀਚ ਬਿਤਾਨ ਤਨਿਓ ਤਹ ਭਲਸਾ। ਬੜਾ ਸੋਹਣਾ ਕਹਿੰਦੇ ਨੇ ਇਸ ਪ੍ਰਕਾਰ ਸੋ ਬਿਤਾਨ ਚੰਦੋਆ ਤਾਣਿਆ ਹੋਇਆ ਉਹਦੇ ਵਿੱਚ ਮਹਿਲਾਂ ਦੇ। ਤਿਹ ਠਾ ਬੈਠ ਤਬੇ ਭੂ ਪਾਲਾ। ਭੁਪਾਲਾ ਰਾਜਾ ਜਿਹੜਾ ਹੈ ਇਹੋ ਜਿਹੇ ਸੁੰਦਰ ਜਗ੍ਹਾ ਤੇ ਜਾ ਕੇ ਬੈਠਾ ਹੈ ਮਹਿਲਾਂ ਵਿੱਚ। ਸੁਤਹਿ ਬਲੋਕਿਓ ਸਮਤ ਵਿਸਾਲਾ। ਪੁੱਤਰ ਨੂੰ ਬਿਠਾ ਕਰਕੇ ਪਾਸ ਸੋਹਣੇ ਤਰੀਕੇ ਦੇ ਨਾਲ ਦੇਖਿਆ, ਦਰਸ਼ਨ ਕੀਤੇ ਹਨ। ਕਰ ਉਤਸਾਹ ਦੀਨ ਸਭ ਰਾਜੂ। ਤੋ ਇਸ ਪ੍ਰਕਾਰ ਸਾਰਾ ਬੜਾ ਭਾਰੀ ਚਾਓ ਕੀਤਾ, ਉਤਸ਼ਾਹ ਕਰਕੇ ਧਰੂ ਨੂੰ ਜਾਂਦਿਆਂ ਹੀ ਕਹਿੰਦੇ ਰਾਜ ਦੇ ਦਿੱਤਾ ਪਿਤਾ ਨੇ। ਪ੍ਰਜਾ ਮਿਲਾਈ ਸਰਬ ਸਮਾਜੂ। ਸਾਰੀ ਜਿਤਨੀ ਪ੍ਰਜਾ ਦਾ ਸਮਾਜ ਸੀ ਸਭ ਜਿਹੜੇ ਸੀ ਉਹਨਾਂ ਨੂੰ ਮਿਲਾਇਆ ਹੈ ਤੇ ਸਭ ਨੂੰ ਹੁਕਮ ਕਰ ਦਿੱਤਾ ਵੀ ਹੁਣ ਤੋਂ ਲੈ ਕਰਕੇ ਤੁਹਾਡਾ ਰਾਜਾ ਧਰੂ ਹੈ। ਆਪਣੀ ਬੈਸ ਬ੍ਰਿਧ ਕੋ ਦੇਖੀ। ਜਦੋਂ ਤੱਕਿਆ ਕਿ ਮੇਰੀ ਉਮਰ ਹੁਣ ਬਜ਼ੁਰਗ ਹੋ ਗਈ ਹੈ। ਗਮਨਿਓ ਤਪ ਹਿਤ ਬਨਹਿ ਬਸੇਖੀ। ਵਿਸ਼ੇਸ਼ ਕਰਕੇ ਜੰਗਲਾਂ ਵਿੱਚ ਤਪ ਕਰਨ ਵਾਸਤੇ ਚੱਲ ਗਏ। ਸਤਯੁਗ ਦੇ ਲੋਕ ਸੱਚ ਧਰਮੀ ਸਨ, ਤੋ ਹਰੇਕ ਨੂੰ ਹੁੰਦਾ ਸੀ ਕਿ ਆਪਾਂ ਪਿਛਲੀ ਉਮਰੇ ਤਪ ਕਰਕੇ ਤੋ ਅਸੀਂ ਪਰਮੇਸ਼ਵਰ ਦੀ ਪ੍ਰਾਪਤੀ ਕਰਨੀ ਹੈ। ਪਾਛੇ ਰਾਜ ਕਰਨ ਧਰੂ ਲਾਗਾ। ਫਿਰ ਕਹਿੰਦੇ ਧਰੂ ਨੇ ਆਪਣਾ ਰਾਜ ਕਰਨਾ ਸ਼ੁਰੂ ਕੀਤਾ ਹੈ। ਜੋ ਸ੍ਰੀ ਵਿਸ਼ਨ ਭਗਤ ਵੱਡ ਭਾਗਾ। ਜਿਹੜਾ ਭਗਵਾਨ ਵਿਸ਼ਨੂੰ ਮਹਾਰਾਜ ਦਾ ਭਗਤ ਹੈ ਬਹੁਤ ਵੱਡਾ। ਜੋ ਸਿਸ ਮਾਰ ਪ੍ਰਜਾਪਤ ਆਹੀ। ਜੋ ਪ੍ਰਜਾਪਤ ਹੈ ਉਸ ਦਾ ਨਾਮ ਹੈ ਸੋ ਇਸ ਪ੍ਰਕਾਰ ਸਿਸਮਾਰ ਪਦਵੀ ਹੈ ਉਸ ਦੀ। ਭ੍ਰਮੀ ਨਾਮ ਤਿਹ ਸੁਤਾ ਵਿਆਹੀ। ਉਸ ਦੀ ਪੁੱਤਰੀ ਦਾ ਨਾਮ ਸੀ ਭਰਮੀ ਪ੍ਰਜਾਪਤ ਦੀ।
ਉਹਦੇ ਨਾਲ ਫਿਰ ਕਹਿੰਦੇ ਇਸ ਦਾ ਵਿਆਹ ਕੀਤਾ ਧਰੂ ਜੀ ਦਾ। ਤਿਹ ਤੇ ਧਰੂ ਦਵੈ ਸੁਤ ਉਪਜਾਏ। ਤਾਂ ਧਰੂ ਜੀ ਦੇ ਘਰ ਵਿੱਚ 2 ਪੁੱਤਰ ਪੈਦਾ ਹੋਏ ਜਦੋਂ। ਵਸਤਰ ਕਲਪੰ ਨਾਮ ਰਖਾਏ। ਇੱਕ ਦਾ ਨਾਮ ਵਤਸ ਹੈ, ਦੂਸਰਾ ਦਾ ਕਲਪ ਹੈ। ਇਹ 2 ਪੁੱਤਰ ਹੋਏ ਇਸ ਦੇ। ਉੱਤਮ ਨਾਮ ਭਰਾਤ ਇੱਕ ਕਾਲਾ। ਤੋ ਕਹਿੰਦਾ ਇਹਦਾ ਭਰਾ ਜਿਹੜਾ ਉੱਤਮ ਜਿਹਦਾ ਨਾਮ ਸੀ, ਇੱਕ ਸਮੇਂ ਮ੍ਰਿਗਿਆ ਹਿਤ ਬਨ ਗਇਓ ਵਿਸਾਲਾ। ਮਹਾਨ ਕਹਿੰਦੇ ਨੇ ਮਿਰਗ ਦਾ ਸ਼ਿਕਾਰ ਕਰਨ ਵਾਸਤੇ ਜੰਗਲ 'ਚ ਗਿਆ ਇੱਕ ਦਿਨ। ਜਸਨ ਸੰਗ ਭਇਓ ਰਣ ਭਾਰੀ। ਇੱਥੇ ਜਿਹੜੇ ਜੱਸ ਲੋਕ ਸੀ ਨਾ, ਉਹਨਾਂ ਜੱਛਾਂ ਦੇ ਨਾਲ ਇਹਦਾ ਜੰਗ ਹੋ ਗਿਆ ਉੱਥੇ। ਲੱਗੇ ਸ਼ਸਤਰ ਉੱਤਮ ਗਇਓ ਮਾਰੀ। ਤੋ ਜੱਛਾਂ ਦੇ ਸ਼ਸਤਰ ਲੱਗੇ ਤੇ ਉੱਤਮ ਉੱਥੇ ਮਾਰਿਆ ਗਿਆ। ਹਿਤ ਖੋਜਨ ਗਵਨੀ ਤਿਹ ਮਾਈ। ਉਹਦੀ ਮਾਤਾ ਨੂੰ ਜਦੋਂ ਪਤਾ ਲੱਗਾ ਪੁੱਤਰ ਗਿਆ ਸੀ, ਆਇਆ ਨਹੀਂ, ਉਹ ਨਾਲੇ ਆਪਣੀ ਸੈਨਾ ਫੌਜ ਲੈ ਕਰਕੇ ਗਈ ਲੱਭਣ ਵਾਸਤੇ ਜਦੋਂ। ਜਰੀ ਸੋ ਦਾਵਾ ਨਲ ਇੱਕ ਥਾਈ। ਤੋ ਕਹਿੰਦੇ ਇੱਕ ਜਗ੍ਹਾ ਤੇ ਸੋ ਕਿਤੇ ਇਹ ਗਈ ਜੰਗਲ ਵਿੱਚ ਤੇ ਉਧਰੋਂ ਅੱਗ ਲੱਗ ਗਈ ਜੰਗਲ ਨੂੰ, ਉਹਦੇ ਵਿੱਚ ਹੀ ਸੜ ਮਰੀ ਸੀ। ਭਰਾਤਾ ਮ੍ਰਿਤ ਸੁਨੀ ਧਰੂ ਕਾਨਾ। ਜਦੋਂ ਧਰੂ ਨੂੰ ਇਸ ਪ੍ਰਕਾਰ ਪਤਾ ਲੱਗਾ ਵੀ ਮੇਰਾ ਭਰਾ ਜਿਹੜਾ ਹੈ ਇਹ ਜੱਛਾ ਨੇ ਮਾਰ ਦਿੱਤਾ ਹੈ। ਜਗਿਓ ਰੋਸ ਹਿਰਦੇ ਦੁਖ ਮਾਨਾ। ਤੋ ਬੜਾ ਭਾਰੀ ਹਿਰਦੇ ਵਿੱਚ ਜੋ ਰੋਸ ਨਾਰਾਜ਼ਗੀ ਆਈ, ਬੜਾ ਦੁੱਖ ਮੰਨਿਆ ਮਨ ਵਿੱਚ। ਜਗ ਵਿਜਈ ਰਥ ਚੜਤ ਸਿਧਾਇਓ। ਤੋ ਝਟ ਆਪਣਾ ਦਿੱਗ ਬਜਾਈ, ਸਭ ਤਰਫਾਂ ਨੂੰ ਜਿੱਤਣ ਵਾਲਾ ਰਥ ਜੋੜ ਕਰਕੇ ਉੱਤੇ ਚੜ ਕੇ ਤੁਰ ਪਿਆ ਜੰਗ ਕਰਨ ਵਾਸਤੇ। ਉੱਤਰ ਦਿਸ਼ਾ ਵਿਖੇ ਚਲੇ ਆਇਓ। ਪਹਾੜ ਵਾਲੀ ਬਾਹੀ ਵੱਲ ਗਿਆ ਆਪਣੇ ਭਰਾ ਦਾ ਬਦਲਾ ਲੈਣ ਵਾਸਤੇ। ਅਲਕਾਪੁਰੀ ਸਮੀਪ ਪਿਆਨਾ। ਇੱਕ ਅਲਕਾਪੁਰੀ ਨਾਮ ਹੈ, ਉਹਦੇ ਕੋਲ ਜਾ ਕਰਕੇ ਇਹ ਕੁਬੇਰ ਦੀ ਪੁਰੀ ਹੈ। ਕੁਬੇਰ ਦੇਵਤਿਆਂ ਦਾ ਭੰਡਾਰੀ ਹੈ। ਇਹ ਜਿਹੜੇ ਜੱਛ ਨੇ ਨਾ, ਇਹ ਕੁਬੇਰ ਦੀ ਜਾਤੀ ਹੈ। ਜਦੋਂ 10ਵੇਂ ਪਾਤਸ਼ਾਹ ਗਰੀਬ ਨਿਵਾਜ ਦਾਤਾਰ ਪਾਤਸ਼ਾਹ ਸੋ ਇਸ ਪ੍ਰਕਾਰ ਸੋ ਅਨੰਦਪੁਰ ਸਾਹਿਬ ਤੋਂ ਉੱਪਰਲੇ ਪਾਸੇ ਵੱਲ ਗਏ ਨੇ, ਤੋ ਉੱਥੇ ਇਸ ਪ੍ਰਕਾਰ ਇਹ ਜਿਹੜੇ ਜੱਛ ਲੋਕ ਸਨ ਤੇ ਇਹਨਾਂ ਦਾ ਆਪੋ ਵਿੱਚ ਬੜਾ ਭਾਰੀ ਝਗੜਾ ਜੰਗ ਸੀ। ਤੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਰਵਾਲਸਰ ਸਾਹਿਬ ਦਾ ਇਹ ਜ਼ਿਕਰ ਹੈ। ਇਹ ਹਮੇਸ਼ਾ ਹੀ ਜੰਗ ਕਰਦੇ ਰਹੇ, ਮਰਦੇ ਮਾਰਦੇ ਰਹਿੰਦੇ ਆਪੋ ਵਿੱਚ। ਤੋ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਸ਼ਰਨ ਆ ਗਏ ਸਨ, ਤਾਂ ਗਰੀਬ ਨਿਵਾਜ ਪਾਤਸ਼ਾਹ ਇਹਨਾਂ ਦਾ ਸਮਝੌਤਾ ਕਰਾਇਆ ਸੀ। ਤੇ ਇਹਨਾਂ ਨੇ ਖੁਸ਼ ਹੋ ਕੇ ਬਚਨ ਕੀਤਾ, ਆਉਂਦੇ ਨੇ ਬਚਨ ਕਿ ਆਹ ਬੇਨਤੀ ਕੀਤੀ, ਮਹਾਰਾਜ ਕਿਰਪਾ ਕੀਤੀ, ਸਾਡਾ ਭਰਾਵਾਂ ਦੀ ਤੁਸੀਂ ਸੁਲਾਹ ਕਰਾਈ ਹੈ ਤੇ ਮਹਾਰਾਜ ਸਾਡੀ ਮਦਦ ਕੀਤੀ ਹੈ। ਜਦੋਂ ਮਹਾਰਾਜ ਤੁਹਾਡਾ ਹੁਕਮ ਹੋਏਗਾ ਅਸੀਂ ਵੀ ਤੁਹਾਡੀ ਮਦਦ ਕਰਾਂਗੇ। ਤੋ ਇਸ ਤਰੀਕੇ ਦੇ ਨਾਲ ਐਸੇ ਬਚਨ ਆਉਂਦੇ ਨੇ। ਇਹ ਜਿਹੜੇ ਸੋ ਅਲਕਾਪੁਰੀ ਕੁਬੇਰ ਦੀ ਪੁਰੀ ਦੇ ਕੋਲ ਆਣ ਕਰਕੇ ਉਸਨੇ ਨਿਜ ਮੁਖ ਧਾਰ ਕਰ ਸ਼ੰਖ ਬਜਾਨਾ। ਤਾਂ ਕੋਲ ਜਾ ਕਰਕੇ ਇਸਨੇ ਸ਼ੰਖ ਵਜਾਇਆ ਜਿਸ ਵੇਲੇ। ਸੁਨਤ ਜਸ ਨਿਕਸੇ ਬਲ ਭਾਰੀ। ਬੜੇ ਭਾਰੀ ਬਲ ਵਾਲੇ ਇਹ ਜੱਖ ਲੋਕ ਜਿਹੜੇ ਨੇ ਇਹ ਨਿਕਲੇ ਜੰਗ ਕਰਨ ਵਾਸਤੇ। ਸ਼ਾਸਤਰ ਅਸਤਰ ਨਿਜ ਸਰਬ ਸੰਭਾਰੀ। ਇਹਨਾਂ ਨੇ ਆਪਣੇ ਸ਼ਾਸਤਰ ਅਸਤਰ ਆਦਿਕ ਸੰਭਾਲ ਕਰਕੇ ਜੰਗ ਦੀ ਤਿਆਰੀ ਕਰਕੇ ਆਏ ਹਨ। ਭਾ ਸੰਗਰਾਮ ਦੋਹਨ ਦਿਸ ਘੋਰਾ। ਬੜਾ ਭਿਆਨਕ ਕਹਿੰਦੇ ਉੱਥੇ ਜੰਗ ਹੋਇਆ ਇਸ ਪ੍ਰਕਾਰ। ਧਰੂ ਦਾ ਫੌਜ ਸਮੇਤ ਤੇ ਜੱਛਾਂ ਦਾ ਬੜਾ ਭਾਰੀ ਜੰਗ ਹੋਇਆ ਉੱਥੇ। ਛੁੱਟੇ ਤੀਛਨ ਬਾਣ ਕਠੋਰਾ। ਬੜੇ ਕਰੜੇ ਕਹਿੰਦੇ ਤਿੱਖੇ ਤੀਰ ਛੱਡੇ ਹਨ ਦੋਨਾਂ ਪਾਸਿਆਂ ਤੋਂ। ਜਸ ਜਬੇ ਘਾਇਲ ਕਰ ਡਾਰੇ। ਜਦੋਂ ਸੋ ਧਰੂ ਨੇ ਇਹਨਾਂ ਜੱਛਾਂ ਨੂੰ ਇਸ ਪ੍ਰਕਾਰ ਜ਼ਖਮੀ ਕਰ ਦਿੱਤਾ ਸਭ ਨੂੰ। ਹਟੇ ਸਰਪ ਸਮ ਰਿਸ ਉਰ ਧਾਰੇ। ਤਾਂ ਕਹਿੰਦੇ ਸੱਪ ਦੀ ਨਿਆਈ ਕਹਿੰਦੇ ਨੇ ਇਸ ਪ੍ਰਕਾਰ ਇਹ ਫਿਰ ਪਿੱਛੇ ਮੁੜ ਗਏ ਹਨ ਡਰਦੇ ਮਾਰੇ। ਪੌਰਖ ਧਰੂ ਕੋ ਸਹਿ ਨ ਸਕਾਈ। ਤੋ ਜਿਹੜਾ ਧਰੂ ਦਾ ਪੌਰਖ ਉਦਮ ਸੀ, ਜਿਹੜਾ ਬਲ ਸੀ, ਉਸ ਨੂੰ ਝੱਲ ਨਹੀਂ ਸਕੇ ਹਨ। ਭਰੇ ਗਰਭ ਪੂਰੰ ਗਰ ਜਾਈ। ਤੋ ਕਹਿੰਦੇ ਨੇ ਬੜੇ ਭਾਰੀ ਗੁੱਸੇ ਵਿੱਚ ਆਣ ਕਰਕੇ ਇਹ ਗਰਜੇ ਨੇ ਜਿਤਨੇ ਵੀ ਜੱਛ ਲੋਕ ਸਨ। ਇਉਂ ਧਰੂ ਜੀ ਦਾ ਤੇ ਜੱਛਾਂ ਦਾ ਫਿਰ ਹੁਣ ਜੰਗ ਜਿਹੜਾ ਹੈ ਉਹ ਸ਼ੁਰੂ ਹੋਇਆ ਹੈ। ਤੋ ਜਿਸ ਤਰੀਕੇ ਦੇ ਨਾਲ ਸੋ ਇਹ ਧਰੂ ਜੀ ਦਾ ਜੰਗ ਜਿਹੜਾ ਹੈ ਇਹਦਾ ਕੀ ਰਿਜ਼ਲਟ ਨਿਕਲਦਾ ਹੈ ਉਹ ਅਗਲੇ ਸਮੇਂ ਦੇ ਵਿੱਚ ਅਸੀਂ ਵਿਚਾਰ ਕਰ ਸਕਾਂਗੇ। ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ ਕਿ ਆਪਾਂ ਅੱਗੇ ਸੋ ਪ੍ਰਸੰਗ ਨੂੰ ਸਰਵਣ ਕਰ ਸਕੀਏ। ਤਾਂ ਇੱਥੇ ਵਿਸਰਾਮ ਦਿੰਦੇ ਹੋਏ ਸ਼ਹਿਨਸ਼ਾਹ ਪਿਤਾ ਸਤਿਗੁਰਾਂ ਚਰਨਾਂ 'ਚ ਬੇਨਤੀ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ। ਜਿਸ ਤਰ੍ਹਾਂ ਇਹਨਾਂ ਪ੍ਰਾਚੀਨ ਭਗਤਾਂ ਨੇ ਮਹਾਰਾਜ ਤੁਹਾਡੀ ਭਗਤੀ ਕਰਕੇ ਬਰਕਤਾਂ ਪ੍ਰਾਪਤ ਕੀਤੀਆਂ ਹਨ, ਸਾਡੇ ਸਿਰ 'ਤੇ ਮਿਹਰ ਪਿਆਤ ਰੱਖੋ। ਐਸਾ ਉਪਦੇਸ਼ ਹਿਰਦੇ ਵਸੇ ਜਿਸ ਦੇ ਧਾਰਨੀ ਹੋ ਕਰਕੇ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਵਿਆਪੇ ਮੇਲੇ ਦੀ ਬਰਕਤਾਂ ਦੇ ਪਾਤਰ ਬਣੀਏ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਦੇਹੋ ਸੱਜਣ ਅਸੀਸੜੀਆਂ ਜੋ ਹੋਵੇ ਸਹਿਬ ਸੋ ਮੇਲ ਦੀ ਦਾਤ ਪ੍ਰਾਪਤ ਹੋਵੇ। ਜਛ ਜਬੇ ਘਾਇਲ ਕਰ ਡਾਰੇ। ਹਟੇ ਸਰਪ ਸਮਰਿਸ ਉਰ ਧਾਰੇ।
और खतरू को सहे न सकाई, ਭਰੇ ਗਰਭ ਪੂਰੰਗਰ ਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।